ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਗਿਆਨ ਅੰਜਨ ਗੁਰ ਦਿਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਯਾਹੀ ਕੁਲ ਤੇ ਪ੍ਰਗਟ ਹੋਏ, ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਦ ਕਉ, ਮੇਰੀ ਹੈ ਪ੍ਰਣਾਮ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਸ਼੍ਰਵਣ ਕਰ ਰਹੇ ਸੀ। ਕੱਲ ਪਿਛਲੇ ਅਧਿਆਇ ਦੀ ਸਮਾਪਤੀ ਹੋਈ ਸੀ। ਅੱਜ ਇੱਕ ਨਵੇਂ ਅਧਿਆਇ ਦਾ ਪ੍ਰਾਰੰਭ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕ ਦੋਹਰੇ ਦੇ ਨਾਲ ਕਰਦੇ ਨੇ। ਮੈਂ ਅੱਜ ਦੀ ਕਥਾ ਨੂੰ ਇੱਥੋਂ ਹੀ ਪ੍ਰਾਰੰਭ ਕਰਦਾ। ਲਾਲੂ ਬਾਲੂ ਬਿਜ ਹੈ, ਤੀਸਰ ਪ੍ਰਿਯ ਹਰੀ ਦਾਸ, ਮਿਲ ਆਏ ਦਰਸ਼ਨ ਕਰਨ ਸ੍ਰੀ ਅਰਜਨ ਕੇ ਪਾਸ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਾਲੂ ਬਾਲੂ ਜਿਹੜੇ ਦੋਵੇਂ ਮਾਨੋ ਕਿ ਬਿਜ ਜਾਤ ਦੇ ਨੇ, ਔਰ ਤੀਸਰਾ ਪਿਆਰਾ ਹੈ ਹਰੀਦਾਸ, ਇਹ ਤਿੰਨੇ ਦੇ ਤਿੰਨੇ ਮਿਲ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦੇ ਵਾਸਤੇ ਪਹੁੰਚੇ। ਬੰਦ ਹਾਥ ਬੰਧਨ ਕਰ ਬੈਸੇ, ਅਰਜ਼ ਬਖਾਨੀ ਤੀਨੋਂ ਐਸੇ। ਕਵੀ ਜੀ ਲਿਖਦੇ ਨੇ ਕਿ ਹੱਥ ਜੋੜ ਕੇ ਬੰਦਨਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਾਗੇ ਬੈਠ ਗਏ ਨੇ, ਤੇ ਫਿਰ ਤਿੰਨਾਂ ਨੇ ਹੱਥ ਜੋੜ ਕੇ ਇਸ ਤਰ੍ਹਾਂ ਅਰਜ਼ ਕੀਤੀ। ਹਮਕੋ ਨਿਜ ਉਪਦੇਸ਼ ਸੁਨਾਵੋ, ਨਿਜ ਸਿੱਖਣ ਕੇ ਸਾਥ ਮਿਲਾਵੋ। ਤਿੰਨਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਸਾਨੂੰ ਆਪਣਾ ਪਵਿੱਤਰ ਉਪਦੇਸ਼ ਸੁਣਾ ਕੇ ਆਪਣੇ ਸਿੱਖਾਂ ਦੇ ਨਾਲ ਮਿਲਾ ਦਿਓ। ਜਿਸ ਬਿਦ ਹੋਏ ਉਧਾਰ ਹਮਾਰਾ, ਕਰੋ ਆਪ ਉਪਦੇਸ਼ ਉਚਾਰਾ। ਹੱਥ ਜੋੜ ਕੇ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਸਾਨੂੰ ਐਸਾ ਉਪਦੇਸ਼ ਦਿਓ, ਜਿਸ ਉਪਦੇਸ਼ ਦੇ ਧਾਰਨੀ ਬਣਨ ਦੇ ਨਾਲ ਸੱਚੇ ਪਾਤਸ਼ਾਹ ਸਾਡਾ ਉਧਾਰ ਹੋ ਜਾਵੇ। ਸੁਣ ਸਿਰ ਮੁਖ ਤੇ ਬਾਕ ਬਖਾਨੇ, ਮਾਨ ਮੋਹ ਮਤ ਸਰ ਕਰ ਹਾਨੇ। ਜਦੋਂ ਇਹਨਾਂ ਨੇ ਬੇਨਤੀ ਕੀਤੀ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਬਾਲੂ, ਹੇ ਲਾਲੂ ਤੇ ਹੇ ਹਰੀਦਾਸ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇਕਰ ਆਪਣਾ ਉਧਾਰ ਚਾਹੁੰਦੇ ਹੋ ਤੇ ਮਾਨ ਨੂੰ ਛੱਡ ਦਿਓ, ਮੋਹ ਨੂੰ ਛੱਡ ਦਿਓ, ਔਰ ਈਰਖਾ ਦਾ ਵੀ ਖਾਤਮਾ ਕਰ ਦਿਓ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਾ ਹੋਏ ਕਿਸ ਰੀਤ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਪਰਾਏ ਦਾ ਬੁਰਾ ਰੱਖਣਾ ਛੱਡ ਦਿਓ, ਚਿੱਤ ਤੋਂ ਇਸ ਗੱਲ ਨੂੰ ਦੂਰ ਕਰ ਦਿਓ, ਤੇ ਤੁਹਾਨੂੰ ਕਦੇ ਵੀ ਕਿਸੇ ਦੁੱਖ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਕਿਉਂਕਿ ਗੁਰਬਾਣੀ ਦੇ ਵਿੱਚ ਪਾਠ ਵੀ ਆਉਂਦਾ ਹੈ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। हे ਭਾਈ ਸੱਜਣੋ, ਪਰਾਏ ਦਾ ਬੁਰਾ ਕਰਨਾ ਆਪਣੇ ਚਿੱਤ ਤੋਂ ਦੂਰ ਕਰ ਦਿਓ। हे ਭਾਈਓ, हे ਮਿੱਤਰੋ, ਤੁਹਾਨੂੰ ਫਿਰ ਕਦੇ ਵੀ ਕਿਸੇ ਦੁੱਖ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਇਹੀ ਉਪਦੇਸ਼ ਦਿੱਤਾ।
ਮਿਲੋ ਬਿਕਸ ਗੁਰ ਸਿੱਖਣ ਸਾਥ, ਬੰਦੋ ਭਾਉ ਸੰਗ ਜੁਗ ਹਾਥ। ਸਤਿਗੁਰਾਂ ਨੇ ਬਚਨ ਕੀਤਾ ਕਿ ਖੁਸ਼ੀ ਦੀ ਹਾਲਤ ਦੇ ਵਿੱਚ ਆਣ ਕੇ ਬਿਗਸ ਕੇ ਗੁਰੂ ਕੇ ਸਿੱਖਾਂ ਦੇ ਨਾਲ ਮਿਲ ਜਾਓ, ਨਮਸਕਾਰ ਕਰੋ ਗੁਰੂ ਦੇ ਸਿੱਖਾਂ ਨੂੰ ਪ੍ਰੇਮ ਤੇ ਭਾਵਨਾ ਦੇ ਨਾਲ ਹੱਥ ਜੋੜ ਕੇ। ਮਿੱਠਾ ਬੋਲਣ ਅਰ ਨਿਵ ਚੱਲਣਾ, ਵੰਡ ਖਾਵਣਾ ਹਿਤ ਧਰ ਮਿਲਣਾ। ਸਤਿਗੁਰਾਂ ਨੇ ਇਹ ਵੀ ਬਚਨ ਕੀਤਾ ਕਿ ਹਮੇਸ਼ਾ ਮਿੱਠਾ ਬੋਲਣਾ ਚਾਹੀਦਾ ਹੈ ਔਰ ਨਿਵ ਕੇ ਚੱਲਣਾ ਚਾਹੀਦਾ ਹੈ, ਵੰਡ ਕੇ ਖਾਣਾ ਚਾਹੀਦਾ ਹੈ ਔਰ ਹਿਤ ਦੇ ਨਾਲ ਹਰ ਇੱਕ ਨੂੰ ਮਿਲਣਾ ਚਾਹੀਦਾ ਹੈ। ਜਿਸ ਤਰ੍ਹਾਂ ਕਿ ਆਮ ਪ੍ਰਮਾਣ ਦਿੱਤਾ ਜਾਂਦਾ ਹੈ, ਮਿੱਠਾ ਬੋਲੇ ਨਿਵ ਚੱਲੈ, ਹੱਥੋਂ ਪੀ ਕਿਛ ਦੇ, ਰੱਬ ਤਿੰਨਾਂ ਦੀ ਬੁਕਲੀ ਜੰਗਲ ਕਿਆ ਢੂੰਡੇ। ਕਹਿਣ ਤੋਂ ਭਾਵ ਹੈ ਕਿ ਜਿਹੜਾ ਮਨੁੱਖ ਮਿੱਠਾ ਬੋਲਦਾ ਹੈ, ਨਿਮਰਤਾ ਦੇ ਨਾਲ ਨਿਵ ਕੇ ਚੱਲਦਾ ਹੈ, ਕਹਿੰਦੇ ਨੇ ਕਿ ਰੱਬ ਤੇ ਉਹਨਾਂ ਦੇ ਬੁੱਕਲ ਦੇ ਵਿੱਚ ਲੁਕੋਇਆ ਹੁੰਦਾ ਹੈ, ਭਾਵ ਕਿ ਰੱਬ ਉਹਨਾਂ ਦੇ ਕੋਲ ਹੁੰਦਾ ਹੈ, ਉਹਨਾਂ ਨੂੰ ਜੰਗਲਾਂ ਦੇ ਵਿੱਚ ਜਾਣ ਦੀ ਕੋਈ ਲੋੜ ਨਹੀਂ ਪੈਂਦੀ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹੀ ਉਪਦੇਸ਼ ਦਿੱਤਾ ਹੈ ਕਿ ਭਾਈ ਮਿੱਠਾ ਬੋਲੋ, ਨਿਭ ਕੇ ਚੱਲੋ, ਵੰਡ ਕੇ ਖਾਓ ਔਰ ਹਿੱਤ ਦੇ ਨਾਲ ਹਰ ਇੱਕ ਨੂੰ ਮਿਲੋ। ਧਰਮ ਕਿਰਤ ਤੇ ਕਰਨ ਆਹਾਰਾ, ਪੰਚੋਂ ਕਰਮ ਦੇਤ ਸੁਖ ਸਾਰਾ। ਇਸ ਤੋਂ ਇਲਾਵਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ ਕਿ ਧਰਮ ਦੀ ਕਿਰਤ ਕਰਕੇ ਫਿਰ ਉਸ ਕਿਰਤ ਦੇ ਨਾਲ ਆਪਣੇ ਆਹਾਰ ਨੂੰ ਛਕਣਾ ਹੈ ਔਰ ਪੰਚੋਂ ਕਰਮ ਦੇਤ ਸੁਖ ਸਾਰਾ। ਇਹ ਜਿਹੜੇ ਮੈਂ 5 ਕਰਮ ਦੱਸੇ ਨੇ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਮਾਨੋ ਕਿ ਸੁਖਾਂ ਦੇ ਮੂਲ ਨੇ। ਇਹ ਸਭ ਕਰੋ ਵਿਸਾਰੋ ਨਾਹੀ, ਹੋਏ ਕਲਿਆਣ ਗ੍ਰਸਤ ਕੇ ਮਾਹੀ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਲਾਲੂ ਨੂੰ, ਬਾਲੂ ਨੂੰ ਤੇ ਹਰੀਦਾਸ ਨੂੰ ਆਖਿਆ ਕਿ ਜਿਹੜੇ ਮੈਂ ਤੁਹਾਨੂੰ ਕਰਮ ਕਰਨ ਦੇ ਵਾਸਤੇ ਆਖਿਆ, ਜੇਕਰ ਇਹਨਾਂ ਨੂੰ ਹਮੇਸ਼ਾ ਕਰੋਗੇ, ਕਦੇ ਵੀ ਭੁੱਲੋਗੇ ਨਹੀਂ, ਤਾਂ ਤੁਹਾਡਾ ਕਲਿਆਣ ਹੋਵੇਗਾ ਗ੍ਰਸਤ ਦੇ ਵਿੱਚ ਰਹਿਣ ਦੇ ਵਿੱਚ ਹੀ। ਸੁਣ ਕਰ ਸਤਿਗੁਰ ਕੋਈ ਉਪਦੇਸ਼, ਕਰਿਓ ਕਮਾਵਨ ਕਟੇ ਕਲੇਸ਼। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਤਿੰਨਾਂ ਨੇ ਸੁਣਿਆ, ਫਿਰ ਤਿੰਨਾਂ ਨੇ ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕੀਤੀ, ਜਿਸ ਕਮਾਈ ਨੂੰ ਕਰਨ ਦੇ ਨਾਲ ਉਹਨਾਂ ਦੇ ਸਾਰੇ ਕਲੇਸ਼ ਮੁੱਕ ਗਏ। ਤੀਰ ਨਿਹਾਲੂ ਤੁਲਸੀਆ, ਬੂਲਾ ਚੰਡੀਆ ਆਏ, ਸ੍ਰੀ ਗੁਰ ਅਰਜਨ ਸ਼ਰਨ ਕੋ ਜਾਨੀ ਮਨ ਸੁਖ ਦਾਏ। ਕਵੀ ਜੀ ਲਿਖਦੇ ਨੇ ਕਿ ਇੱਕ ਦਿਨ ਤੀਰ ਨਿਹਾਲੂ ਤੁਲਸੀਆ ਤੇ ਬੂਲਾ ਚੰਡੀਆ, ਇਹ ਸਾਰੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ ਨੇ ਆਪਣੇ ਮਨ ਨੂੰ ਸੌਖਾ ਕਰਨ ਦੇ ਵਾਸਤੇ। ਬੈਠ ਨਿਕਟ ਸਤਿਗੁਰ ਕੇ ਸੋਏ, ਕੀਰਤਨ ਹੋਵਤ ਸ਼ਰਵਣ ਜੋ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਾਗੇ ਆਣ ਕੇ ਬੈਠ ਗਏ ਨੇ। ਕਵੀ ਜੀ ਲਿਖਦੇ ਨੇ ਕਿ ਦਰਬਾਰ ਦੇ ਵਿੱਚ ਕੀਰਤਨ ਹੋ ਰਿਹਾ ਸੀ, ਜਿਸ ਗੁਰਬਾਣੀ ਦੇ ਕੀਰਤਨ ਨੂੰ ਸਾਰੇ ਬੈਠ ਕੇ ਸੁਣ ਰਹੇ ਸਨ। ਸ੍ਰੀ ਨਾਨਕ ਕੀ ਉਪਮਾ ਮਹਾ, ਸੁਣਤ ਵਿਚਾਰਤ ਬੈਠੇ ਤਹਾਂ। ਇਸ ਤੋਂ ਇਲਾਵਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਵੱਡੀ ਮਹਿਮਾ ਉਹਨਾਂ ਨੇ ਬੈਠ ਕੇ ਸੁਣੀ ਤੇ ਫਿਰ ਆਪਣੇ ਮਨ ਦੇ ਵਿੱਚ ਵਿਚਾਰਾਂ ਕੀਤੀਆਂ। ਸਭ ਕੇ ਔਰ ਸੰਸੈ ਹੋਏ ਆਵਾ, ਨਰ ਗਣ ਪ੍ਰਥਮ ਝਗਰ ਜਿਮ ਪਾਵਾ। ਕਵੀ ਜੀ ਲਿਖਦੇ ਨੇ ਕਿ ਇਹਨਾਂ ਸਾਰਿਆਂ ਦੇ ਮਨ ਦੇ ਵਿੱਚ ਇੱਕ ਸ਼ੰਕਾ ਸੀ, ਕਿਉਂਕਿ ਬਹੁਤੇ ਸਾਰੇ ਲੋਕਾਂ ਦੇ ਵਿੱਚ ਜਦੋਂ ਬੈਠੇ ਸਨ ਤੇ ਉਹਨਾਂ ਨੇ ਬਹੁਤ ਜ਼ਿਆਦਾ ਇਹਨਾਂ ਦੇ ਨਾਲ ਝਗੜਾ ਪਾਇਆ ਸੀ। ਉਹ ਸੰਸਾ ਅਜੇ ਮਨ ਦੇ ਵਿੱਚ ਅਟਕਿਆ ਸੀ। ਹਾਥ ਜੋਰ ਸੋ ਬੂਝਣ ਲਾਗੇ, ਸਿੱਖ ਬਣਨ ਮੈਂ ਮਨ ਅਨੁਰਾਗੇ। ਕਵੀ ਜੀ ਲਿਖਦੇ ਨੇ ਕਿ ਜਿਨ੍ਹਾਂ ਦਾ ਮਨ ਇਸ ਪ੍ਰੇਮ ਦੇ ਵਿੱਚ, ਚਾਹ ਦੇ ਵਿੱਚ ਫਸਿਆ ਹੋਇਆ ਕਿ ਅਸੀਂ ਸਿੱਖ ਬਣਨਾ ਹੈ, ਉਹਨਾਂ ਨੇ ਫਿਰ ਹੱਥ ਜੋੜ ਕੇ
ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਸੁਣੋ ਗੁਰੂ ਜੀ ਲੋਕ ਅਨੇਕ, ਮਿਲ ਕਰ ਝਗੜਤਹੀਨ ਬਵੇਕ। ਹੱਥ ਜੋੜ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ, ਜਿਨ੍ਹਾਂ ਮਨੁੱਖਾਂ ਦੇ ਹਿਰਦੇ ਦੇ ਵਿੱਚ ਵਿਵੇਕ ਨਹੀਂ ਹੈ, ਜਿਨ੍ਹਾਂ ਨੂੰ ਗਿਆਨ ਦੀ ਪ੍ਰਾਪਤੀ ਨਹੀਂ ਹੈ, ਸੱਚੇ ਪਾਤਸ਼ਾਹ ਉਹ ਲੋਕ ਅਨੇਕ ਤਰ੍ਹਾਂ ਦੇ ਝਗੜੇ ਪਾਉਂਦੇ ਨੇ। ਤਿੰਨ ਮੋਹ ਬੈਠਤ ਭਇਓ ਸੰਦੇਹੂ, ਤੁਮ ਸਰ ਬਾਗ ਸੋਇ ਉਤਰ ਦੇਹੂ। ਐਸਿਆਂ ਲੋਕਾਂ ਦੀ ਜਿਨ੍ਹਾਂ ਨੂੰ ਗਿਆਨ ਨਹੀਂ ਹੈ, ਉਹਨਾਂ ਦੀ ਸਭਾ ਦੇ ਵਿੱਚ ਸੱਚੇ ਪਾਤਸ਼ਾਹ ਅਸੀਂ ਵੀ ਬੈਠ ਚੁੱਕੇ ਹਾਂ। ਇਸ ਕਰਕੇ ਉਹਨਾਂ ਦੀ ਸਭਾ ਦੇ ਵਿੱਚ ਬੈਠਣ ਦੇ ਨਾਲ ਸਾਡੇ ਮਨ ਦੇ ਵਿੱਚ ਇੱਕ ਸੰਦੇਹ ਸ਼ੱਕ ਪੈਦਾ ਹੋ ਗਿਆ। ਸੱਚੇ ਪਾਤਸ਼ਾਹ ਉਸ ਸ਼ੱਕ ਨੂੰ ਤੁਸੀਂ ਦੂਰ ਕਰ ਸਕਦੇ ਹੋ ਸਾਡੇ ਸਵਾਲ ਦਾ ਉੱਤਰ ਦੇ ਕੇ। ਕੇਤਕ ਗੁਰੂ ਨਾਨਕ ਅਵਤਾਰ, ਜਨ ਕਾਦਿਕ ਕੇ ਕਰੈ ਉਚਾਰ। ਹੁਣ ਉਹਨਾਂ ਨੇ ਸਵਾਲ ਕੀਤਾ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ। ਕਹਿੰਦੇ ਨੇ ਸੱਚੇ ਪਾਤਸ਼ਾਹ, ਕਈ ਲੋਕ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਨ ਕਾਦਿਕ ਦਾ ਅਵਤਾਰ ਸਨ। ਕੇਤਕ ਕਹਿ ਬਿਸ਼ਨ ਕੋ ਰੂਪ, ਧਰ ਕਰ ਕੀਨੇ ਚਲਤ ਅਨੂਪ। ਕਈ ਲੋਕ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਨਕ ਦਾ ਅਵਤਾਰ ਨਹੀਂ ਸਨ, ਉਹ ਤੇ ਵਿਸ਼ਨੂੰ ਦਾ ਅਵਤਾਰ ਸਨ। ਔਰ ਵਿਸ਼ਨੂੰ ਨੇ ਆਪਣੇ ਅਵਤਾਰ ਨੂੰ ਧਾਰਨ ਕਰਕੇ ਇਸ ਦੁਨੀਆ ਦੇ ਉੱਤੇ ਆਣ ਕੇ ਬਹੁਤ ਵੱਡੇ ਵੱਡੇ ਕੌਤਕ ਕੀਤੇ। ਇਤਿਆਦਿਕ ਬਹੁ ਕਹਿ ਬਣਾਏ, ਨਿਰਨੈ ਬਾਤ ਨਹੀਂ ਹਮ ਪਾਏ। ਕਹਿੰਦੇ ਨੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਸੱਚੇ ਪਾਤਸ਼ਾਹ, ਪਰ ਇਸ ਗੱਲ ਦਾ ਨਿਰਣਾ ਹੋ ਨਹੀਂ ਸਕਿਆ। ਇਸ ਕਰਕੇ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਕਿਰਪਾ ਕਰੋ ਅਬ ਆਪ ਬਤਾਵੋ, ਕਿਹ ਅਵਤਾਰ ਭੇਦ ਸਮਝਾਵੋ। ਕਹਿੰਦੇ ਨੇ ਕਿਰਪਾ ਕਰਕੇ ਹੁਣ ਤੁਸੀਂ ਦੱਸੋ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਿਸ ਦੇ ਅਵਤਾਰ ਸਨ, ਸਾਰਾ ਭੇਦ ਖੋਲ ਕੇ ਦੱਸੋ। ਸੁਣ ਕਰ ਉਪਜੈ ਸਿਦਕ ਹਮਾਰੇ, ਪਰੈ ਪੰਥ ਸੁਖ ਪ੍ਰਾਪਤ ਸਾਰੇ। ਕਹਿੰਦੇ ਨੇ ਸਤਿਗੁਰੂ ਅਰਜਨ ਨੂੰ ਕਿ ਤੁਸੀਂ ਜੇਕਰ ਦੱਸੋਗੇ, ਸੁਣ ਕੇ ਸਾਡੇ ਹਿਰਦੇ ਦੇ ਵਿੱਚ ਸਿਦਕ ਪੈਦਾ ਹੋਵੇਗਾ, ਉਸ ਗੱਲ ਤੇ ਪ੍ਰਤੀਤ ਕਰਾਂਗੇ ਔਰ ਇਸ ਤੋਂ ਇਲਾਵਾ ਸਿੱਖੀ ਦੇ ਮਾਰਗ ਤੇ ਚੱਲਾਂਗੇ। ਚਿਰੰਕਾਲ ਕੋ ਏ ਸੰਦੋਹੂ, ਬਹੁਤ ਨਰਨ ਕੇ ਮੇਟੋ ਇਹੂ। ਕਹਿੰਦੇ ਨੇ ਬਹੁਤ ਚਿਰ ਤੋਂ ਇਹ ਜਿਹੜਾ ਸੰਦੇਹ ਹੈ ਨਾ ਸਾਡੇ ਮਨ ਦੇ ਵਿੱਚ ਬੈਠਾ ਹੋਇਆ ਸੱਚੇ ਪਾਤਸ਼ਾਹ, ਸਿਰਫ ਸਾਡੀ ਹੀ ਗੱਲ ਨਹੀਂ ਹੈ, ਬਹੁਤ ਸਾਰੇ ਲੋਕ ਇਸ ਤਰ੍ਹਾਂ ਦਾ ਸ਼ੱਕ ਕਰਦੇ ਨੇ, ਇਸ ਤਰ੍ਹਾਂ ਦਾ ਸੰਦੇਹ ਕਰਦੇ ਨੇ। ਜੇਕਰ ਤੁਸੀਂ ਉੱਤਰ ਦਿਓਗੇ ਤੇ ਸਾਰਿਆਂ ਦਾ ਸੰਦੇਹ ਮਿਟ ਜਾਏਗਾ। ਸ੍ਰੀ ਅਰਜਨ ਸੁਣ ਗਿਰਾ ਬਖਾਨੀ, ਸ੍ਰੀ ਸਤਿਗੁਰ ਨਾਨਕ ਗੁਣ ਖਾਨੀ। ਜਦੋਂ ਇਸ ਤਰ੍ਹਾਂ ਦੀ ਸਾਰਿਆਂ ਨੇ ਬੇਨਤੀ ਕੀਤੀ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਗੁਣ ਖਾਨੀ ਸਨ, ਉਹ ਗੁਣਾਂ ਦੇ ਖਾਨ ਸਨ। ਨੇਤ ਨੇਤ ਜਿਸ ਕੋ ਕਹਿ ਭੇਦ, ਥਕ ਸਭ ਰਹੇ ਨਾ ਪਾਇਓ ਭੇਦ। ਕਹਿੰਦੇ ਨੇ ਹੇ ਭਾਈਓ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਐਸੇ ਸਨ ਜਿਨ੍ਹਾਂ ਨੂੰ ਨੇਤ ਨੇਤ ਵੇਦਾਂ ਨੇ ਆਖਿਆ। ਇਸ ਤੋਂ ਇਲਾਵਾ ਸਾਰੇ ਥੱਕ ਹਾਰ ਕੇ ਹੰਬ ਕੇ ਬਹਿ ਗਏ, ਪਰ ਉਹਨਾਂ ਦਾ ਭੇਦ ਕਿਸੇ ਨੇ ਨਹੀਂ ਪਾਇਆ। ਬ੍ਰਹਮਾ ਸ਼ਿਵ ਸਨਕਾਦਿਕ ਸਾਰੇ, ਬੁੱਧ ਕਰ ਬਲ ਕਰ ਖੋਜਤ ਹਾਰੇ। ਕਹਿੰਦੇ ਨੇ ਬ੍ਰਹਮਾ ਵਰਗੇ, ਸ਼ਿਵ ਜੀ ਵਰਗੇ ਔਰ ਸਨਕ ਸਨੰਦਨ ਆਦਿਕ ਜਿਹੜੇ ਬ੍ਰਹਮਾ ਦੇ ਪੁੱਤਰ ਮੰਨੇ ਗਏ ਨੇ, ਇਹ ਸਾਰੇ ਦੇ ਸਾਰੇ ਆਪਣੇ ਬਲ ਦੇ ਨਾਲ, ਬੁੱਧੀ ਦੇ ਨਾਲ ਲੱਭ ਲੱਭ ਕੇ ਥੱਕ ਗਏ, ਪਰ ਕਿਸੇ ਨੂੰ ਵੀ ਉਹ ਲੱਭਿਆ ਨਹੀਂ। ਨਾਮ ਸਹੰਸਰ ਸ਼ੇਸ਼ ਨਿਤ ਕਹਿ, ਜਿਸ ਕੋ ਗੁਣ ਕੇ ਅੰਤ ਨਾ ਲਹੈ। ਜੋ ਸ਼ੇਸ਼ ਨਾਗ ਹੈ, ਜਿਸ ਦਾ ਕਿ 1000 ਸਿਰ ਹੈ ਔਰ 2000 ਜੀਵ ਹੈ,
ਉਹ ਵੀ ਅਨੇਕਾਂ ਤਰ੍ਹਾਂ ਦੇ ਨਾਮ ਉਸ ਪਰਮੇਸ਼ਰ ਦੇ ਲੈਂਦਾ ਹੈ, ਪਰ ਉਸ ਨੂੰ ਕਦੇ ਉਸ ਦੀ ਪ੍ਰਾਪਤੀ ਹੋ ਨਹੀਂ ਸਕੀ। ਪਾਪਣ ਭਾਰ ਅਤੀਰਜ ਧਰਨੀ, ਬਹੁ ਗਿਣਤੀ ਬਿਨਤੀ ਕਰ ਕਰਨੀ। ਸਤਿਗੁਰੂ ਜੀ ਕਹਿੰਦੇ ਨੇ ਕਿ ਐਸਾ ਜੋ ਅਕਾਲ ਪੁਰਖ ਹੈ, ਐਸਾ ਜੋ ਪਰਮੇਸ਼ਰ ਹੈ, ਉਸ ਦਾ ਸਰੂਪ ਸਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ। ਕਹਿੰਦੇ ਨੇ ਕਿ ਜਦੋਂ ਪਾਪਾਂ ਦੇ ਭਾਰ ਦੇ ਨਾਲ ਧਰਤੀ ਮਾਨੋ ਕਿ ਧੀਰਜ ਤੋਂ ਰਹਿਤ ਹੋ ਗਈ, ਉਸ ਵੇਲੇ ਕਹਿੰਦੇ ਨੇ ਕਿ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਧਰਤੀ ਨੇ ਬੇਨਤੀ ਕੀਤੀ, ਜੋਗ ਜਗ ਤਪ ਸ਼ਕਤ ਨਾ ਰਹੀ, ਸ਼ੁਭ ਕਰ ਮਨ ਬਿਨ ਨਰ ਗਤ ਲਹੀ। ਉਸ ਵੇਲੇ ਦੁਨੀਆ ਦੇ ਉੱਤੇ ਜੋਗ ਜਗ ਤੇ ਤਪ ਦੀ ਸ਼ਕਤੀ ਨਾ ਰਹੀ। ਚੰਗੇ ਜਿਹੜੇ ਕਰਮ ਸਨ ਉਹ ਦੂਰ ਹੋ ਗਏ ਤੇ ਮਾੜੇ ਕਰਮਾਂ ਨੇ ਉਹਨਾਂ ਦੀ ਜਗ੍ਹਾ ਨੂੰ ਆਣ ਕੇ ਮੱਲ ਲਿਆ। ਇਸ ਤਰ੍ਹਾਂ ਦੀ ਮਨੁੱਖਾਂ ਦੀ ਦਸ਼ਾ ਹੋ ਗਈ। ਮੋਹ ਅਲੰਭ ਅਬ ਦੀਜੈ ਕੋਈ, ਜਿਸ ਤੇ ਥਿਰੋਂ ਧੀਰ ਔਰ ਹੋਈ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਧਰਤੀ ਨੇ ਪੁਕਾਰ ਕੀਤੀ ਅਕਾਲ ਪੁਰਖ ਦੇ ਅੱਗੇ ਕਿ ਮੈਨੂੰ ਕੋਈ ਆਸਰਾ ਐਸਾ ਬਖਸ਼ੋ ਕਿ ਜਿਸ ਆਸਰੇ ਦੇ ਸਿਰ ਤੇ ਮੈਂ ਸਥਿਰ ਹੋ ਕੇ ਬੈਠੀ ਰਵਾਂ, ਟਿਕੀ ਰਵਾਂ। ਪਾਰ ਬ੍ਰਹਮ ਅਚਰਜ ਜਿਸ ਚਰਤਾ, ਸਭ ਜਗ ਕਰਤਾ ਭਰਤਾ ਹਰਤਾ। ਗੁਰੂ ਜੀ ਕਹਿੰਦੇ ਨੇ ਜੋ ਪਾਰ ਬ੍ਰਹਮ ਹੈ, ਜੋ ਅਚਰਜ ਹੈ ਤੇ ਜਿਹਦੇ ਕੌਤਕ ਕੀਤੇ ਹੋਏ ਵੀ ਬੜੇ ਵਿਲੱਖਣ ਹੁੰਦੇ ਨੇ, ਐਸੇ ਅਕਾਲ ਪੁਰਖ ਨੇ ਜਿਹੜਾ ਕਿ ਦੁਨੀਆ ਨੂੰ ਬਣਾਉਣ ਵਾਲਾ ਹੈ ਤੇ ਜਿਹੜਾ ਦੁਨੀਆ ਨੂੰ ਪਾਲਣ ਵਾਲਾ ਹੈ ਤੇ ਜਿਹੜਾ ਦੁਨੀਆ ਦਾ ਨਾਸ਼ ਕਰਨ ਵਾਲਾ ਹੈ, ਉਸਨੇ ਪੁਕਾਰ ਨੂੰ ਸੁਣਿਆ। ਧਰਿਓ ਆਨ ਸ੍ਰੀ ਨਾਨਕ ਰੂਪ, ਗੁਰ ਸਿੱਖੀ ਉਪਜਾਏ ਅਨੂਪ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਅਕਾਲ ਪੁਰਖ ਨੇ ਫਿਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਰੂਪ ਨੂੰ ਧਾਰਨ ਕੀਤਾ, ਮਾਤ ਲੋਕ ਤੇ ਆਏ ਤੇ ਗੁਰ ਸਿੱਖੀ ਜਿਹੜੀ ਕਿ ਅਨੂਪਮ ਹੈ, ਜਿਹਦੀ ਉਪਮਾ ਹੋ ਨਹੀਂ ਸਕਦੀ, ਉਸ ਨੂੰ ਪੈਦਾ ਕੀਤਾ। ਸਤਿਗੁਰੂ ਜੀ ਕਹਿੰਦੇ ਨੇ ਨਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਅਵਤਾਰ ਸਨ ਜਨਕ ਦੇ ਤੇ ਨਾ ਹੀ ਅਵਤਾਰ ਸਨ ਵਿਸ਼ਨੂੰ ਦੇ, ਕਿਸੇ ਦੇ ਅਵਤਾਰ ਨਹੀਂ ਸਨ, ਉਹ ਸਵੈਮ ਅਕਾਲ ਪੁਰਖ ਦੇ ਅਵਤਾਰ ਸਨ। ਸ਼ਕਤ ਬਹੀਨ ਹੇਰ ਨਰ ਸਾਰੇ, ਜੋਗ ਨ ਜਗ ਨ ਤਪ ਕੁਛ ਧਾਰੇ। ਜਦੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਦੁਨੀਆ ਦੇ ਉੱਤੇ ਅਵਤਾਰ ਨੂੰ ਧਾਰਨ ਕੀਤਾ, ਉਸ ਵੇਲੇ ਮਾਨੋ ਕਿ ਸਾਰੇ ਸ਼ਕਤੀ ਤੋਂ ਸਖਣੇ ਸਨ। ਮਨੁੱਖਾਂ ਦੇ ਕੋਲ ਨਾ ਜੋਗ ਸੀ, ਨਾ ਜਗ ਸੀ ਤੇ ਨਾ ਹੀ ਕੁਝ ਤਪ ਸੀ। ਜਾਂ ਤੇ ਗੁਰ ਸਿੱਖੀ ਕੀ ਰੀਤ, ਜਗ ਬਿਸਤਰੀ ਵਦਤ ਬੜ ਨੀਤ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਕਰਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰ ਸਿੱਖੀ ਦੀ ਰੀਤ ਨੂੰ ਜਗ ਦੇ ਉੱਤੇ ਫੈਲਾਇਆ, ਜਿਹੜੀ ਕਿ ਬਹੁਤ ਹੀ ਜ਼ਿਆਦਾ ਵੱਧਦੀ ਜਾ ਰਹੀ। ਵਾਹਿਗੁਰੂ ਕੋ ਜਾਪ ਬਤਾਇਓ, ਦਾਨ ਇਸ਼ਨਾਨ ਪਾਓ ਚਿਤ ਲਾਇਓ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵਾਹਿਗੁਰੂ ਨਾਮ ਦੇ ਨਾਲ ਲੋਕਾਂ ਨੂੰ ਜੋੜਿਆ, ਵਾਹਿਗੁਰੂ ਨਾਮ ਦਾ ਉਦੇਸ਼ ਦਿੱਤਾ, ਦਾਨ ਕਰਨਾ, ਇਸ਼ਨਾਨ ਕਰਨਾ ਪ੍ਰੇਮ ਦੇ ਨਾਲ ਸਮਝਾਇਆ। ਚਾਰੋਂ ਬੇਦਨ ਕੋ ਤਤਲੀਨ, ਦੇਸ਼ਨ ਭਾਖਾ ਮੈਂ ਕਹਿ ਦੀਨ। ਇਸ ਤੋਂ ਇਲਾਵਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਚਾਰੇ ਵੇਦਾਂ ਦੇ ਸਿਧਾਂਤ ਨੂੰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਲਿਆ ਤੇ ਫਿਰ ਦੇਸ਼ਾਂ ਦੀ ਭਾਸ਼ਾ ਦੇ ਵਿੱਚ, ਆਮ ਬੋਲੀ ਦੇ ਵਿੱਚ ਉਸ ਨੂੰ ਪ੍ਰਚਲਿਤ ਕੀਤਾ। ਸੰਸਕ੍ਰਿਤ ਮੈਂ ਦੁਰਲਭ ਜੋਏ, ਲੱਖੋਂ ਮੈਂ ਪ੍ਰਾਪਤ ਹੋਏ ਕੋਏ। ਹੁਣ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਸ਼ਾਰਾ ਕਰਦੇ ਨੇ ਗੁਰਬਾਣੀ ਦੇ ਵਾਸਤੇ, ਜਿਹੜੀ ਗੁਰਬਾਣੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਰਚੀ। ਸੰਸਕ੍ਰਿਤ ਭਾਸ਼ਾ ਦੇ ਵਿੱਚ ਐਸਾ ਹੋ ਨਹੀਂ ਸੀ ਸਕਦਾ ਕਿਉਂਕਿ ਉਹ ਬਹੁਤ ਜ਼ਿਆਦਾ ਔਖੀ ਭਾਸ਼ਾ ਹੈ। ਸੰਸਕ੍ਰਿਤ ਨੂੰ ਪੜ੍ਹ ਕੇ ਲੱਖਾਂ ਦੇ ਵਿੱਚੋਂ ਕਿਸੇ ਇੱਕ ਨੂੰ ਪ੍ਰਾਪਤੀ ਹੋਣੀ ਸੀ, ਪਰ ਸਤਿਗੁਰਾਂ ਨੇ ਐਸੀ ਬੋਲ ਚਾਲੀ ਦੀ ਬੋਲੀ ਦੇ ਵਿੱਚ
ਆਪਣੀ ਗੁਰਬਾਣੀ ਦੀ ਰਚਨਾ ਕੀਤੀ, ਜਿਹਨੂੰ ਆਮ ਜਾਣਾ ਸਹਿਜ ਦੇ ਨਾਲ ਸਮਝ ਸਕਦਾ ਹੈ। ਸੋ ਤਤ ਗੁਰ ਸਿੱਖਣ ਮੈਂ ਐਸੇ, ਧਾਰਿਓ ਬਦਨ ਕਿਨ ਕਰ ਪਰ ਜੈਸੇ। ਜਿਹੜਾ ਤਤ ਮੰਨੋ ਕਿ ਬੜਾ ਔਖੇ ਤਰੀਕੇ ਦੇ ਨਾਲ ਲੱਭਣ ਦੇ ਯੋਗ ਹੈ, ਐਸੇ ਤਤ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਪ੍ਰਤੱਖ ਕਰਕੇ ਦਿਖਾ ਦਿੱਤਾ ਕਿ ਜਿਵੇਂ ਹੱਥ ਤੇ ਧਰਿਆ ਹੋਇਆ ਕੋਈ ਬੇਰ ਸਪਸ਼ਟ ਰੂਪ ਦੇ ਨਾਲ ਦਿਖਦਾ ਹੈ। ਦੋ ਤਰ੍ਹਾਂ ਦੇ ਪ੍ਰਮਾਣ ਇਸ ਵਾਸਤੇ ਆਉਂਦੇ ਨੇ। ਕਿਤੇ ਕਿਤੇ ਇਹ ਵੀ ਗ੍ਰੰਥਾਂ ਦੇ ਵਿੱਚ ਆਉਂਦਾ ਹੈ ਕਿ ਇਸ ਤਰ੍ਹਾਂ ਦਾ ਫਲਾਣੇ ਆਦਮੀ ਨੂੰ ਗਿਆਨ ਹੈ ਜਿਵੇਂ ਕਿ ਹੱਥ ਤੇ ਧਰਿਆ ਹੋਇਆ ਔਲਾ ਹੋਵੇ, ਜਾਂ ਫਿਰ ਇਸ ਤਰ੍ਹਾਂ ਦਾ ਪ੍ਰਮਾਣ ਆਉਂਦਾ ਹੈ ਕਿ ਕਿਸੇ ਨੂੰ ਇਸ ਤਰ੍ਹਾਂ ਦਾ ਗਿਆਨ ਹੈ, ਇਸ ਤਰ੍ਹਾਂ ਦੀ ਪ੍ਰਾਪਤੀ ਹੈ ਜਿਵੇਂ ਹੱਥ ਦੇ ਉੱਤੇ ਬੇਰ ਰੱਖਿਆ ਹੋਵੇ। ਇੱਥੇ ਭਾਈ ਸੰਤੋਖ ਸਿੰਘ ਜੀ ਨੇ ਬੇਰ ਲਿਖਿਆ ਕਿ ਸੱਚੇ ਪਾਤਸ਼ਾਹ ਤੁਸੀਂ ਇਸ ਤਰ੍ਹਾਂ ਦਾ ਕੰਮ ਕਰ ਦਿੱਤਾ ਕਿ ਜਿਹੜਾ ਸਾਹਮਣੇ ਰੂਪ ਦੇ ਵਿੱਚ ਦਿਸਦਾ ਹੈ, ਜਿਵੇਂ ਦਿਸਦਾ ਹੈ ਤਲੀ ਦੇ ਉੱਤੇ ਰੱਖਿਆ ਹੋਇਆ ਬੇਰ, ਕਿਉਂਕਿ ਤਲੀ ਦੇ ਉੱਤੇ ਰੱਖੀ ਹੋਈ ਕੋਈ ਵੀ ਚੀਜ਼ ਸਪਸ਼ਟ ਰੂਪ ਦੇ ਨਾਲ ਦਿਖ ਸਕਦੀ ਹੈ, ਇਸ ਕਰਕੇ ਐਸਾ ਪ੍ਰਮਾਣ ਦਿੱਤਾ ਜਾਂਦਾ ਹੈ। ਸਿਮਰਤ ਨਾਮ ਭਗਤ ਕੋ ਕਰਤੇ, ਸਨੇ ਸਨੇ ਬ੍ਰਹਮ ਰੂਪ ਵਿਚਰਤੇ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰਾਂ ਦੇ ਬਣਾਏ ਹੋਏ ਸਿੱਖ ਨਾਮ ਦਾ ਜਾਪ ਕਰਦੇ ਨੇ, ਭਗਤੀ ਕਰਦੇ ਨੇ, ਹੌਲੀ ਹੌਲੀ ਬ੍ਰਹਮ ਦੇ ਰੂਪ ਦੇ ਵਿੱਚ ਉਹ ਵਿਚਰਨ ਲੱਗਦੇ ਨੇ। ਔਰ ਮੈਂ ਬਿਦਤ ਸੁਤਤ ਹੋਏ ਆਵਤ, ਜਿਸ ਕੇ ਲਖੇ ਨ ਪੁਨ ਦੁਖ ਪਾਵਤ। ਗੁਰੂ ਜੀ ਕਹਿੰਦੇ ਨੇ ਇਸ ਤਰ੍ਹਾਂ ਨਾਮ ਜਪਦਿਆਂ ਜਪਦਿਆਂ ਮਾਨੋ ਕਿ ਬ੍ਰਹਮ ਦਾ ਰੂਪ ਹੋ ਜਾਂਦੇ ਨੇ, ਐਸਾ ਬ੍ਰਹਮ ਦਾ ਰੂਪ ਹੋ ਜਾਂਦੇ ਨੇ ਜਿਹੜੇ ਬ੍ਰਹਮ ਦੀ ਪ੍ਰਾਪਤੀ ਦੇ ਨਾਲ ਨਾ ਕਦੇ ਕੋਈ ਦੁੱਖ ਹੁੰਦਾ ਹੈ ਤੇ ਨਾ ਹੀ ਕਦੇ ਕੋਈ ਕਲੇਸ਼ ਪੈਂਦਾ ਹੈ। ਬੇਦ ਸਾਰ ਕੀ ਭਾਖਾ ਕੀਨ, ਗੁਰੂ ਕਿਰਪਾਲ ਕਿਰਪਾ ਰਸ ਪੀਨ। ਵੇਦਾਂ ਦਾ ਜੋ ਸਾਰ ਸੀ, ਵੇਦਾਂ ਦਾ ਜੋ ਨਿਚੋੜ ਸੀ, ਉਸ ਨਿਚੋੜ ਨੂੰ ਆਮ ਭਾਸ਼ਾ ਦੇ ਵਿੱਚ ਬਿਆਨ ਕੀਤਾ। ਗੁਰੂ ਕਿਰਪਾਲੂ ਕਿਰਪਾ ਦੇ ਰਸ ਦੇ ਵਿੱਚ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਭਿੱਜੇ। ਤੁਮ ਪੀ ਕਰੋ ਵਿਚਾਰਨ ਬਾਣੀ, ਹਿਰਦਾ ਟਿਕਾਵੋ ਦੁਬਿਧਾ ਹਾਨੀ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਹੁਣ ਉਹਨਾਂ ਨੂੰ ਉਪਦੇਸ਼ ਕਰਦੇ ਨੇ। ਧੀਰ ਨਿਹਾਲੂ ਤੁਲਸੀਆ ਬੂਲਾ ਤੇ ਚੰਡੀਆਂ ਨੂੰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਐਸੀ ਗੁਰਬਾਣੀ ਦੀ ਰਚਨਾ ਕੀਤੀ ਹੈ, ਇਸ ਕਰਕੇ ਤੁਸੀਂ ਵੀ ਗੁਰਬਾਣੀ ਦਾ ਪਾਠ ਕਰੋ, ਉਹਦੀ ਵਿਚਾਰ ਕਰੋ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ ਹਿਰਦਾ ਟਿਕਾ ਦੇ ਵਿੱਚ ਆ ਜਾਏਗਾ, ਜਿਹੜਾ ਦੁਆਸ਼ ਦਾ ਭਾਵ ਹੈ ਨਾ ਉਹ ਖਤਮ ਹੋ ਜਾਏਗਾ। ਸਿਦਕ ਧਰੋ ਸਿੱਖੀ ਨਿਰਬਾਹੋ, ਨਹੀਂ ਦੁੱਖ ਤੇ ਜਮ ਕੇ ਸੰਗ ਜਾਹੋ। ਜੇਕਰ ਸਿਦਕ ਨੂੰ ਧਾਰਨ ਕਰੋਗੇ ਔਰ ਸਿੱਖੀ ਨੂੰ ਪੱਕੇ ਤਰੀਕੇ ਦੇ ਨਾਲ ਨਿਭਾਓਗੇ ਤੇ ਸਤਿਗੁਰੂ ਜੀ ਕਹਿੰਦੇ ਨੇ ਤੁਹਾਨੂੰ ਕਦੇ ਵੀ ਕੋਈ ਦੁੱਖ ਨਹੀਂ ਆਵੇਗਾ ਤੇ ਜਮਾਂ ਦੇ ਨਾਲ ਤੁਸੀਂ ਨਹੀਂ ਜਾਓ। ਸ੍ਰੀ ਅਰਜਨ ਤੇ ਸੁਣ ਹੁਲਸਾਏ, ਭਾਏ ਸਿੱਖ ਸੰਦੇਹ ਮਿਟਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੁਣ ਕੇ ਸਾਰੇ ਦੇ ਸਾਰੇ ਖੁਸ਼ ਹੋਏ ਨੇ ਤੇ ਸਾਰੇ ਮਨ ਦੇ ਜਿਹੜੇ ਸੰਦੇਹ ਸੀ ਉਹ ਮੁੱਕ ਗਏ ਤੇ ਸਤਿਗੁਰਾਂ ਦੇ ਸਾਰੇ ਸਿੱਖ ਬਣ ਗਏ। ਗੁਰਬਾਣੀ ਕੋ ਲਗੇ ਵਿਚਾਰਨ, ਭਗਤ ਗਿਆਨ ਕੀ ਜੋ ਵੱਡ ਕਾਰਨ। ਐਸੀ ਗੁਰਬਾਣੀ ਦਾ ਵਿਚਾਰ ਕਰਨ ਲੱਗੇ ਨੇ ਜਿਹੜੀ ਗੁਰਬਾਣੀ ਮੰਨੋ ਕਿ ਭਗਤੀ ਤੇ ਗਿਆਨ ਦਾ ਇੱਕ ਕਾਰਨ ਹੈ। ਇਸ ਬਿਦ ਭਾਇਓ ਤਿਨੋ ਕਲਿਆਣ, ਗੁਰ ਕੋ ਸੇਵਤ ਰਹੇ ਮਹਾਨ। ਕਵੀ ਜੀ ਕਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਉਹਨਾਂ ਸਾਰਿਆਂ ਦਾ ਉਦਾਰ ਹੋਇਆ, ਕਲਿਆਣ ਹੋਇਆ, ਗੁਰੂ ਦੀ ਸੇਵਾ ਵੱਡੀ ਕਰਦੇ ਰਹੇ। ਇਸ ਜਗ੍ਹਾ ਦੇ ਉੱਤੇ ਇਸ ਕਥਾ ਨੂੰ ਸਮਾਪਤ ਕਰਕੇ ਨਵੀਂ ਕਥਾ ਦਾ ਪ੍ਰਾਰੰਭ ਕਰਦੇ ਨੇ। ਇਸ ਜਗ੍ਹਾ ਦੇ ਉੱਤੇ ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਬਹੁਤ ਸਾਰੇ ਸਿੱਖ ਜਿਹੜੇ ਕਿ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਵਾਰੀ-ਵਾਰੀ ਆਏ, ਉਹਨਾਂ ਦੀਆਂ ਸਾਰੀਆਂ ਸਾਖੀਆਂ ਦਾ ਖੁਲਾਸਾ ਕਰਦੇ ਨੇ, ਬਿਆਨ ਕਰਦੇ ਨੇ। ਤੋਤਾ ਯਰ ਮਧੂ ਹਿਤ ਤਾਰੇ, ਗੋਖੂ ਟੋਡਾ ਮਹਿਤਾ ਚਾਰੇ।
ਤੋਤਾ, ਮੱਧੂ ਔਰ ਇਸ ਤੋਂ ਇਲਾਵਾ ਗੋਖੂ, ਟੋਡਾ ਜਿਹੜੇ ਕਿ ਮਹਿਤਾ ਜਾਤੀ ਦੇ ਸਨ, ਇਹ ਸਤਿਗੁਰਾਂ ਦੇ ਕੋਲ ਪਹੁੰਚੇ। ਮਿਲ ਕਰ ਸ੍ਰੀ ਅਰਜਨ ਢਿਗ ਆਏ, ਪਦ ਅਰ ਬੰਧਨ ਸੀਸ ਲਗਾਏ। ਸਾਰੇ ਮਿਲ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਉੱਤੇ ਸਿਰ ਨਿਵਾਇਆ। ਬੈਠ ਹਾਥ ਜੋੜ ਕਰਕੇ ਪਾਸ, ਪਿਖ ਅਵਸਰ ਕੀਨਸ ਅਰਦਾਸ। ਇਸ ਤੋਂ ਬਾਅਦ ਹੱਥ ਜੋੜ ਕੇ ਅਰਜ ਕਰਨ ਲੱਗੇ ਨੇ, ਚੰਗੇ ਮੌਕੇ ਨੂੰ ਤਾੜ ਕੇ। ਗੁਰੂ ਗਰੀਬ ਨਿਵਾਜ਼ ਹਮਾਰਾ, ਜਨਮ ਮਰਨ ਤੇ ਕਰੋ ਉਦਾਰਾ। ਕਹਿੰਦੇ ਨੇ ਹੇ ਗਰੀਬ ਨਵਾਜ਼ ਸੱਚੇ ਪਾਤਸ਼ਾਹ, ਜਨਮ ਤੇ ਮਰਨ ਤੋਂ ਸਾਡਾ ਛੁਟਕਾਰਾ ਕਰਾ ਦਿਓ। ਰਾਵਰ ਕੀ ਸੋਭਾ ਸੁਣ ਆਏ, ਉਚਿਤ ਉਦਾਹਰਨ ਕੇ ਲਖ ਪਾਏ। ਕਹਿੰਦੇ ਨੇ ਸੱਚੇ ਪਾਤਸ਼ਾਹ ਤੁਹਾਡੀ ਸੋਭਾ ਨੂੰ ਸੁਣ ਕੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ। ਸੱਚੇ ਪਾਤਸ਼ਾਹ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਤੁਹਾਡੀ ਕਿਰਪਾ ਦੇ ਨਾਲ ਸਾਡਾ ਉਧਾਰ ਹੋ ਜਾਏਗਾ। ਸੁਣ ਬੋਲੇ ਸ੍ਰੀ ਅਰਜਨ ਗਿਆਨੀ, ਪਾਠੋ ਸੁਣੋ ਤੁਮ ਮਿਲ ਗੁਰ ਬਾਣੀ। ਸੁਣ ਕੇ ਉਹਨਾਂ ਦੀ ਅਰਜ ਨੂੰ ਕਵੀ ਜੀ ਲਿਖਦੇ ਨੇ ਕਿ ਜੋ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਵੱਡੇ ਗਿਆਨੀ ਨੇ, ਉਹ ਬੋਲੇ। ਕਹਿੰਦੇ ਨੇ ਪਠੋ ਸੁਣੋ ਤੁਮ ਮਿਲ ਗੁਰਬਾਣੀ। ਕਹਿੰਦੇ ਨੇ ਕਿ ਪੜੋ ਸੁਣੋ ਸੱਚੇ ਗੁਰਾਂ ਦੀ ਗੁਰਬਾਣੀ। ਆਪਸ ਮੈਂ ਪੁਨ ਕਰੋ ਵਿਚਾਰਾ, ਕਿਆ ਆਸ਼ੈ ਗੁਰੂਦੇਵ ਉਚਾਰਾ। ਸਤਿਗੁਰਾਂ ਨੇ ਬਚਨ ਕੀਤਾ ਕਿ ਗੁਰਬਾਣੀ ਨੂੰ ਪੜੋ ਜਾਂ ਫਿਰ ਗੁਰਬਾਣੀ ਨੂੰ ਸੁਣੋ, ਤੇ ਸੁਣ ਕੇ ਜਾਂ ਪੜ ਕੇ ਫਿਰ ਗੁਰਬਾਣੀ ਦੇ ਉੱਤੇ ਵਿਚਾਰ ਕਰੋ ਕਿ ਸਤਿਗੁਰੂ ਸਾਹਿਬਾਨਾਂ ਨੇ ਆਪਣੀ ਇਸ ਗੁਰਬਾਣੀ ਦੇ ਰਾਹੀਂ ਆਪਣਾ ਕਿਸ ਤਰ੍ਹਾਂ ਦਾ ਮਤ ਪੇਸ਼ ਕੀਤਾ ਹੈ। ਤਿਆਗਣ ਕਰਿਓ ਸੋ ਤਿਆਗ ਕਰੀ ਜੈ, ਗ੍ਰਹਿਣ ਜੋਗ ਸੋ ਗ੍ਰਹਿਣ ਧਰੀ ਜੈ। ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰਬਾਣੀ ਦੇ ਵਿੱਚ ਮਾੜੇ ਕਰਮਾਂ ਨੂੰ ਛੱਡਣ ਦੇ ਵਾਸਤੇ ਹਦਾਇਤ ਕੀਤੀ ਹੈ ਤੇ ਚੰਗੇ ਕਰਮਾਂ ਨੂੰ ਸੰਚਿਤ ਕਰਨ ਦੇ ਵਾਸਤੇ, ਇਕੱਠਾ ਕਰਨ ਦੇ ਵਾਸਤੇ ਆਖਿਆ ਗਿਆ। ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰਬਾਣੀ ਨੂੰ ਪੜ੍ਹ ਕੇ ਜਾਂ ਗੁਰਬਾਣੀ ਨੂੰ ਸੁਣ ਕੇ ਵਿਚਾਰ ਕਰੋ ਕਿ ਸਤਿਗੁਰੂ ਜੀ ਕੀ ਕਹਿਣ ਦਾ ਯਤਨ ਕਰਦੇ ਨੇ, ਤੇ ਫਿਰ ਜਿਹੜੇ ਮਾੜੇ ਕਰਮ ਨੇ ਜਿਹੜੇ ਕਿ ਲਿਖੇ ਹੋਏ ਨੇ ਉਹਨਾਂ ਨੂੰ ਤਿਆਗ ਦਿਓ, ਤੇ ਜਿਹੜੇ ਗ੍ਰਹਿਣ ਵਾਸਤੇ ਆਖੇ ਨੇ ਉਹਨਾਂ ਨੂੰ ਗ੍ਰਹਿਣ ਕਰ ਲਓ, ਉਹਨਾਂ ਨੂੰ ਧਾਰਨ ਕਰ ਲਓ। ਪੁਨ ਬੂਝਤ ਪੇ ਕੀਨ ਉਚਾਰਨ, ਬਾਣੀ ਪੜਨ ਸਯੋਰ ਵਿਚਾਰਨ। ਸਾਰਿਆਂ ਨੇ ਸਵਾਲ ਮਿਲ ਕੇ ਕੀਤਾ ਕਿ ਸੱਚੇ ਪਾਤਸ਼ਾਹ ਇਹ ਦੱਸੋ ਕਿ ਗੁਰਬਾਣੀ ਨੂੰ ਪੜਨਾ ਸੁਣਨਾ ਜਾਂ ਵਿਚਾਰਨਾ ਚੰਗਾ ਹੈ। ਕਹਿਣ ਤੋਂ ਭਾਵ ਹੈ ਕਿ ਬਾਣੀ ਨੂੰ ਪੜਨਾ ਤੇ ਸੁਣਨਾ ਜ਼ਿਆਦਾ ਚੰਗਾ ਹੈ ਕਿ ਜਾਂ ਗੁਰਬਾਣੀ ਦੀ ਵਿਚਾਰ ਕਰਨੀ ਜ਼ਿਆਦਾ ਸ੍ਰੇਸ਼ਟ ਹੈ, ਜ਼ਿਆਦਾ ਚੰਗੀ। ਕੇਤਕ ਪੁੰਨ ਦੋਹਣ ਕੇ ਹੋਏ, ਅਦਕ ਦੇਤ ਫਲ ਕਹੀਐ ਸੋਏ। ਕਹਿੰਦੇ ਨੇ ਕਿ ਕਿਸ ਚੀਜ਼ ਦਾ ਵਧੇਰੇ ਪੁੰਨ ਹੈ। ਦੋਵਾਂ ਦੇ ਵਿੱਚੋਂ ਇੱਕ ਪਾਸੇ ਹੈ ਬਾਣੀ ਨੂੰ ਪੜ੍ਹਨਾ ਜਾਂ ਬਾਣੀ ਨੂੰ ਸੁਣਨਾ, ਤੇ ਦੂਸਰੇ ਪਾਸੇ ਹੈ ਬਾਣੀ ਦੇ ਉੱਤੇ ਵਿਚਾਰ ਕਰਨੀ। ਕਹਿੰਦੇ ਨੇ ਕਿ ਇਹਨਾਂ ਦੋਵਾਂ ਦੇ ਵਿੱਚੋਂ ਕਿਸ ਚੀਜ਼ ਦਾ ਵਧੇਰੇ ਪੁੰਨ ਹੈ, ਕਿਹੜੀ ਚੀਜ਼ ਜ਼ਿਆਦਾ ਫਲਦਾਇਕ ਹੈ। ਸੁਣੈ ਮਹਾਤਮ ਰਾਵਰ ਮੁਖ ਤੇ, ਸੋ ਹਮ ਕਰ ਮਿਲੈ ਜਿਸ ਸੁਖ ਤੇ। ਕਹਿੰਦੇ ਨੇ ਸੱਚੇ ਪਾਤਸ਼ਾਹ ਤੁਸੀਂ ਆਪਣੇ ਮੁਖਾਰਬਿੰਦ ਤੋਂ ਮਹਾਤਮ ਦੱਸੋ। ਜਦੋਂ ਅਸੀਂ ਮਹਾਤਮ ਸੁਣਾਂਗੇ, ਜਿਹੜੀ ਚੀਜ਼ ਦਾ ਜ਼ਿਆਦਾ ਮਹਾਤਮ ਹੋਵੇਗਾ, ਅਸੀਂ ਉਸ ਨੂੰ ਸੁਖ ਦੇ ਨਾਲ ਗ੍ਰਹਿਣ ਕਰਾਂਗੇ। ਕਹਿਓ ਗੁਰੂ ਇਨ ਕੋ ਫਲ ਜਾਨੋ, ਸੁਣ ਕੀ ਜੈ ਔਰ ਸ਼ਰਧਾ ਠਾਨੋ। ਸਤਿਗੁਰੂ ਜੀ ਕਹਿੰਦੇ ਨੇ ਇਹਨਾਂ ਦੇ ਫਲਾਂ ਦੇ ਵਾਸਤੇ ਤੁਸੀਂ ਜਾਣ ਲਿਓ, ਸੁਣ ਕੇ ਉਸੇ ਤਰ੍ਹਾਂ ਕਰੋ ਜਿਸ ਤਰ੍ਹਾਂ ਦੀ ਤੁਹਾਡੀ ਸ਼ਰਧਾ ਵਜੇ। ਕਹਿੰਦੇ ਨੇ ਜੋ ਗੁਰਬਾਣੀ ਪਾਠ ਕਰੰਤਾ, ਮਹਾ ਪਾਪ ਕੋ ਹੋਵਤ ਹੰਤਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਮਨੁੱਖ ਗੁਰਬਾਣੀ ਦੇ ਪਾਠ ਨੂੰ ਕਰਦਾ ਹੈ, ਵੱਡੇ ਜਿਹੜੇ ਪਾਪ ਨੇ ਨਾ ਉਹਨਾਂ ਦਾ ਨਾਸ਼ ਕਰਨ ਵਾਲਾ ਉਹ ਆਪ ਸਵੈਂ ਬਣ ਜਾਂਦਾ ਹੈ।
ਅੰਤਹਿ ਕਰਨ ਬਿਮਲ ਨਿਤ ਕਰੈ, ਪ੍ਰੀਤ ਸਹਿਤ ਨਿਤ ਪ੍ਰਤੀ ਜੋਰ ਰਹਿ। ਜੋ ਪ੍ਰੇਮ ਦੇ ਨਾਲ ਨਿੱਤਾ ਪ੍ਰਤੀ ਗੁਰਬਾਣੀ ਦਾ ਪਾਠ ਕਰਦਾ ਹੈ, ਗੁਰਬਾਣੀ ਨੂੰ ਉਚਾਰਨ ਕਰਦਾ ਹੈ, ਉਹਦਾ ਸਤਿਗੁਰੂ ਜੀ ਕਹਿੰਦੇ ਨੇ ਕਿ ਅੰਤਸ਼ਕਰਨ ਬਿਲਕੁਲ ਸਾਫ਼ ਹੋ ਜਾਂਦਾ ਹੈ, ਨਿਰਮਲ ਹੋ ਜਾਂਦਾ ਹੈ। ਕਰੇ ਕੰਠ ਪਾਠ ਅੰਮ੍ਰਿਤ ਵੇਲੇ, ਇੱਕ ਚਿਤ ਹੋਇ ਕਰ ਮਨ ਕੋ ਮਿਲੇ। ਗੁਰਬਾਣੀ ਨੂੰ ਕੰਠ ਕਰਕੇ ਅੰਮ੍ਰਿਤ ਵੇਲੇ ਗੁਰਬਾਣੀ ਦਾ ਪਾਠ ਜਿਹੜਾ ਕਰਦਾ ਹੈ, ਇੱਕ ਚਿੱਤ ਦੇ ਨਾਲ ਹੋ ਕੇ ਉਹਦੇ ਮਨ ਦੀ ਮੈਲ ਲੱਥ ਜਾਂਦੀ। ਆਦਿਕ ਪੌਣੀ ਉਪਜੈ ਸੁਖ ਪਾਵੈ, ਪਠੈ ਸੁਣੈ ਨਰ ਬ੍ਰਿੰਦ ਸੁਣਾਵੈ। ਇਸ ਚੀਜ਼ ਦੇ ਬਹੁਤ ਜ਼ਿਆਦਾ ਪੁੰਨ ਮਿਲਦੇ ਨੇ। ਇਸ ਤਰ੍ਹਾਂ ਦਾ ਸੁਖ ਮਨ ਦੇ ਵਿੱਚ ਪ੍ਰਾਪਤ ਹੁੰਦਾ ਹੈ ਜਿਹੜਾ ਪੜ੍ਹਦਾ ਹੈ ਜਾਂ ਜਿਹੜਾ ਸੁਣਦਾ ਹੈ ਬਹੁਤਿਆਂ ਦੇ ਵਿੱਚ ਬਹਿ ਕੇ। ਧਰੈ ਜੋ ਕਾਮਨ ਪੂਰਨ ਸੋਏ, ਜੋ ਨਿਸ਼ਕਾਮ ਹਿਰਦਾ ਸ਼ੁੱਧ ਹੋਏ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਕਿਸੇ ਕਾਮਨਾ ਨੂੰ ਧਾਰਨ ਕਰਕੇ ਪੜ੍ਹਦਾ ਹੈ ਗੁਰਬਾਣੀ ਨੂੰ ਜਾਂ ਸੁਣਦਾ ਹੈ, ਉਸ ਦੀ ਕਾਮਨਾ ਪੂਰੀ ਹੁੰਦੀ ਹੈ। ਇਸ ਤੋਂ ਇਲਾਵਾ ਜਿਹੜਾ ਕਿਸੇ ਕਾਮਨਾ ਦੇ ਵਾਸਤੇ ਨਹੀਂ ਪੜ੍ਹਦਾ ਜਾਂ ਕਿਸੇ ਕਾਮਨਾ ਦੇ ਵਾਸਤੇ ਨਹੀਂ ਸੁਣਦਾ, ਜਿਹੜਾ ਨਿਸ਼ਕਾਮੀ ਹੁੰਦਾ ਹੈ, ਉਹਦਾ ਹਿਰਦਾ ਸ਼ੁੱਧ ਹੁੰਦਾ ਹੈ। ਜੇ ਗੁਰਬਾਣੀ ਰਹਿ ਵਿਚਾਰਤ, ਬਾਂਛਾ ਜਸ ਆਦਿਕ ਨਹੀਂ ਧਾਰਤ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਗੁਰਬਾਣੀ ਨੂੰ ਵਿਚਾਰਦੇ ਨੇ ਪਰ ਮਨ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਇੱਛਾ ਨੂੰ ਧਾਰਨ ਨਹੀਂ ਕਰਦੇ। ਕੇਵਲ ਚਾਹੇ ਹਿਰਦੈ ਕਲਿਆਣ, ਤਿੰਨ ਪੁਰਖਨ ਹੋਏ ਪ੍ਰਾਪਤ ਗਿਆਨ। ਜਿਹੜੇ ਕੇਵਲ ਤੇ ਕੇਵਲ ਸਿਰਫ ਕਲਿਆਣ ਨੂੰ ਚਾਹੁੰਦੇ ਨੇ, ਉਹਨਾਂ ਨੂੰ ਕਹਿੰਦੇ ਨੇ ਕਿ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਕਲਿਆਣ ਮਿਲਦਾ ਹੈ। ਜਿਮ ਕਾਸ਼ਟ ਮੈਂ ਪਾਵ ਕਰਹਿ, ਬਿਨਾ ਜਤਨ ਤੇ ਨਰ ਨਹੀਂ ਲਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਹਿਲੀ ਗੱਲ ਕੀਤੀ ਹੈ ਗੁਰਬਾਣੀ ਨੂੰ ਪੜ੍ਹਨ ਦੀ ਤੇ ਗੁਰਬਾਣੀ ਨੂੰ ਸੁਣਨ ਦੀ, ਉਹਦਾ ਮਹਾਤਮ ਦੱਸਿਆ। ਅੱਗੇ ਹੁਣ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਵਿਚਾਰ ਦੇ ਵਾਸਤੇ ਆਖਦੇ ਨੇ ਕਿ ਗੁਰਬਾਣੀ ਦੀ ਵਿਚਾਰ ਕਰਨੀ ਕਿੰਨੀ ਲਾਜ਼ਮੀ ਹੈ, ਕਿੰਨੀ ਜ਼ਰੂਰੀ ਹੈ। ਕਹਿੰਦੇ ਨੇ ਜਿਮ ਕਾਸ਼ਟ ਮੈਂ ਪਾਵ ਕਰਹਿ, ਬਿਨਾ ਜਤਨ ਤੇ ਨਰ ਨਹੀਂ ਲਹੈ। ਜਿਸ ਤਰ੍ਹਾਂ ਮੰਨੋ ਕਿ ਕਾਸ਼ਟ ਦੇ ਵਿੱਚ, ਲੱਕੜ ਦੇ ਵਿੱਚ ਹਮੇਸ਼ਾ ਅੱਗ ਰਹਿੰਦੀ ਹੈ, ਪਰ ਕਹਿੰਦੇ ਨੇ ਕਿ ਬਗੈਰ ਯਤਨ ਤੋਂ ਉਹ ਲੁਕੀ ਰਹਿੰਦੀ ਹੈ, ਕਿਸੇ ਮਨੁੱਖ ਨੂੰ ਪ੍ਰਾਪਤ ਨਹੀਂ ਹੁੰਦੀ। ਕਾਰਿਓ ਪਾਓ ਜੇ ਲੇਤ ਨਿਕਾਸ, ਕਾਰਜ ਕਰੇ ਸੰਪੂਰਨ ਰਾਸ। ਇਸੇ ਤਰੀਕੇ ਦੇ ਨਾਲ ਮੰਨੋ ਕਿ ਗੁਰਬਾਣੀ ਇੱਕ ਲੱਕੜ ਵਰਗੀ ਹੈ, ਜਿਹਦਾ ਜਿਹੜਾ ਤੱਤ ਹੈ ਨਾ ਉਹਦੇ ਵਿੱਚ ਛੁਪਿਆ ਹੁੰਦਾ ਹੈ। ਜਿਹੜਾ ਯਤਨ ਕਰਦਾ ਹੈ, ਜਿਹੜਾ ਵਿਚਾਰ ਕਰਦਾ ਹੈ, ਫਿਰ ਉਹ ਲੱਕੜ ਦੇ ਵਿੱਚੋਂ ਅੱਗ ਨੂੰ ਪੈਦਾ ਕਰ ਲੈਂਦਾ ਹੈ, ਤੇ ਜਦੋਂ ਅੱਗ ਨੂੰ ਬਾਲ ਲੈਂਦਾ ਹੈ ਫਿਰ ਕਹਿੰਦੇ ਨੇ ਕਿ ਸਾਰੇ ਕਾਰਜ ਸੰਪੂਰਨ ਹੁੰਦੇ ਨੇ, ਰਾਸ ਆ ਜਾਂਦੇ ਨੇ। ਅਗਨ ਰੂਪ ਕਾਸ਼ਟ ਹੋਏ ਜਾਏ, ਤੇਜ ਪ੍ਰਕਾਸ਼ ਸਗਲ ਹੀ ਪਾਏ। ਤੇ ਕਹਿੰਦੇ ਨੇ ਜਿਹੜੀ ਲੱਕੜ ਹੁੰਦੀ ਹੈ ਉਹ ਫਿਰ ਅੱਗ ਦਾ ਹੀ ਰੂਪ ਬਣ ਜਾਂਦੀ ਹੈ, ਜਿਹਦਾ ਬਹੁਤ ਜ਼ਿਆਦਾ ਤੇਜ ਪ੍ਰਕਾਸ਼ ਪ੍ਰਾਪਤ ਹੁੰਦਾ ਹੈ। ਤਥਾ ਵਿਚਾਰਤ ਜੇ ਗੁਰਬਾਣੀ, ਤਨ ਅਭਿਮਾਨ ਹੋਏ ਤਬ ਹਾਨੀ। ਸਤਿਗੁਰੂ ਜੀ ਕਹਿੰਦੇ ਨੇ ਇਸੇ ਤਰੀਕੇ ਦੇ ਨਾਲ ਜਿਹੜੇ ਗੁਰਬਾਣੀ ਦੀ ਵਿਚਾਰ ਕਰਦੇ ਨੇ, ਉਹ ਗੁਰਬਾਣੀ ਦੀ ਵਿਚਾਰ ਦੇ ਨਾਲ ਉਹਨਾਂ ਦੇ ਤਨ ਦੀ ਜਿਹੜੀ ਹੰਤਾ ਹੈ ਉਹ ਸਾਰੀ ਦੀ ਸਾਰੀ ਮੁੱਕ ਜਾਂਦੀ। ਨਿਜ ਸਰੂਪ ਕੋ ਖੋਜਣ ਲਾਗੇ, ਸਨੇ ਸਨੇ ਪ੍ਰਾਪਤ ਬੜ ਭਾਗੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਨ੍ਹਾਂ ਦੇ ਤਨ ਦੀ ਹੰਤਾ ਮੁੱਕ ਜਾਂਦੀ ਹੈ, ਉਹ ਫਿਰ ਆਪਣੇ ਨਿਜ ਸਰੂਪ ਨੂੰ ਲੱਭਣ ਦੇ ਯਤਨ ਦੇ ਵਿੱਚ ਲੱਗ ਜਾਂਦੇ ਨੇ, ਤੇ ਹੌਲੀ ਹੌਲੀ ਉਹਨਾਂ ਵੱਡੇ ਭਾਗਾਂ ਵਾਲਿਆਂ ਨੂੰ ਇਸ ਤਰ੍ਹਾਂ ਦਾ ਰੂਪ ਵੀ ਮਿਲ ਜਾਂਦਾ ਹੈ। ਆਤਮ ਗਿਆਨ ਪਾਏ ਬ੍ਰਹਮ ਹੋਏ, ਹਿਰਦੈ ਬਿਨਾਸ਼ੀ ਦੁਬਿਧਾ ਦੋਏ। ਹੌਲੀ ਹੌਲੀ ਇਸੇ ਹੀ ਪ੍ਰਯਤਨ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਆਤਮਾ ਦੇ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਤੇ ਜਦੋਂ ਗਿਆਨ ਆਤਮਾ ਦੀ ਪ੍ਰਾਪਤੀ ਹੁੰਦੀ ਹੈ ਤੇ ਫਿਰ ਐਸੇ ਮਨੁੱਖ ਬ੍ਰਹਮ ਦਾ ਸਰੂਪ ਹੋ ਜਾਂਦੇ ਨੇ। ਹਿਰਦੇ ਦੀ ਦ્વੈਤ ਤੇ ਜਿਹੜੀ ਦੁਬਿਧਾ ਹੈ ਨਾ ਉਹ ਦੂਰ ਹੋ ਜਾਂਦੀ।
ਤਨ ਹੰਤਾ ਬਿਨ ਸੀ ਜਿਸ ਕਾਲ, ਅਹੰ ਬ੍ਰਹਮ ਵੈ ਭਏ ਨਿਹਾਲ। ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ ਕਿ ਜਦੋਂ ਮਨੁੱਖ ਦੇ ਤਨ ਦੀ ਹੰਤਾ ਮੁੱਕ ਜਾਂਦੀ ਹੈ, ਉਸੇ ਵੇਲੇ ਕਹਿੰਦੇ ਨੇ ਕਿ ਅਹੰ ਬ੍ਰਹਮ ਹੋ ਜਾਂਦਾ ਹੈ, ਸਵੈਮ ਬ੍ਰਹਮ ਹੋ ਜਾਂਦਾ ਹੈ, ਨਿਹਾਲ ਹੋ ਜਾਂਦਾ ਹੈ। ਜਾਂ ਤੇ ਤੁਮ ਸਤ ਸੰਗਤ ਕਰਕੇ ਗੁਰਬਾਣੀ ਪੜ ਹਿਰਦੈ ਵਿਚਰ ਕੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰਬਾਣੀ ਨੂੰ ਪੜ੍ਹਨਾ ਵੀ ਚਾਹੀਦਾ ਹੈ, ਸਤ ਸੰਗਤ ਕਰਨੀ ਵੀ ਚਾਹੀਦੀ ਹੈ। ਇਸ ਤੋਂ ਇਲਾਵਾ ਗੁਰਬਾਣੀ ਦੀ ਵਿਚਾਰ ਵੀ ਜ਼ਰੂਰ ਕਰਨੀ ਚਾਹੀਦੀ ਹੈ। ਕਰੋ ਆਪਣੀ ਸ਼ੁਭ ਕਲਿਆਣ, ਜਗ ਬੰਧਨ ਹੈ ਸਭ ਹਾਣ। ਆਪਣਾ ਕਲਿਆਣ ਕਰਨ ਦੇ ਵਾਸਤੇ ਗੁਰਬਾਣੀ ਦਾ ਪਾਠ ਕਰੋ। ਗੁਰਬਾਣੀ ਦਾ ਪਾਠ ਕਰਨ ਦੇ ਨਾਲ ਕਲਿਆਣ ਹੋਵੇਗਾ, ਜਗ ਦੇ ਜਿਹੜੇ ਬੰਧਨ ਨੇ ਨਾ ਉਹ ਨਾਸ ਹੋ ਜਾਣਗੇ। ਗੁਰ ਬਚ ਸੁਣ ਕਰ ਚਾਰੋਂ ਭਲੇ, ਲਗੇ ਵਿਚਾਰਨ ਸਤ ਸੰਗ ਮਿਲੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਚਾਰਾਂ ਨੇ ਮੰਨਿਆ ਹੈ। ਤੋਤੇ ਨੇ, ਮੱਧੂ ਨੇ, ਗੋਖੂ ਨੇ ਤੇ ਟੋਡੇ ਨੇ। ਇਹਨਾਂ ਚਾਰਾਂ ਨੇ ਸਤਿਗੁਰਾਂ ਦੇ ਬਚਨਾਂ ਨੂੰ ਮੰਨਿਆ ਤੇ ਉਸੇ ਤਰ੍ਹਾਂ ਕਰਨ ਲੱਗੇ ਜਿਸ ਤਰ੍ਹਾਂ ਸਤਿਗੁਰਾਂ ਨੇ ਹੁਕਮ ਕੀਤਾ, ਔਰ ਸਤ ਸੰਗਤ ਦੇ ਨਾਲ ਮਿਲ ਗਏ। ਆਖਰਕਾਰ ਕਲਿਆਣ ਦੀ ਪ੍ਰਾਪਤੀ ਹੋਈ। ਝਾਂਜ ਮੁਕੰਦਾ ਅਪਰ ਕਿਦਾਰਾ, ਹਿਤ ਕਲਿਆਣ ਆਏ ਗੁਰ ਦੁਆਰਾ। ਅਗਲੀ ਸਾਖੀ ਦਾ ਪ੍ਰਾਰੰਭ ਕਰਦੇ ਨੇ ਕਵੀ ਜੀ। ਕਵੀ ਜੀ ਲਿਖਦੇ ਨੇ ਕਿ ਝਾਂਜ, ਮੁਕੰਦਾ ਤੇ ਕਿਦਾਰਾ, ਇਹ ਤਿੰਨ ਜਾਣੇ ਕਲਿਆਣ ਦੇ ਵਾਸਤੇ ਗੁਰੂ ਦੇ ਦੁਆਰੇ ਪਹੁੰਚੇ। ਤੀਨੋ ਨਮੋ ਕੀਨ ਥਿਤ ਪਾਸ, ਕਰ ਜੋਰਤ ਕੀਨੀ ਅਰਦਾਸ। ਤਿੰਨਾਂ ਨੇ ਆਣ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੇ, ਹੱਥ ਜੋੜ ਕੇ ਫਿਰ ਅਰਦਾਸ ਕੀਤੀ, ਫਿਰ ਬੇਨਤੀ ਕੀਤੀ। ਕਹਿੰਦੇ ਨੇ ਕਿਉਂ ਕਰ ਹੋਏ ਉਧਾਰ ਹਮਾਰੋ, ਆਪ ਮੁਕੰਦ ਉਪਾਏ ਉਚਾਰੋ। ਸਤਿਗੁਰਾਂ ਨੂੰ ਅਰਜ ਕਰਦੇ ਨੇ ਕਿ ਸੱਚੇ ਪਾਤਸ਼ਾਹ ਕਿਹੜੇ ਕਾਰਨ ਦੇ ਕਰਕੇ ਸਾਡਾ ਉਧਾਰ ਹੋ ਸਕਦਾ ਹੈ। ਸੱਚੇ ਪਾਤਸ਼ਾਹ ਤੁਸੀਂ ਮੁਕਤੀ ਦੇ ਦਾਤੇ ਹੋ, ਕਿਰਪਾ ਕਰਕੇ ਉਪਾਅ ਦੱਸੋ। ਸੁਣ ਸ੍ਰੀ ਅਰਜਨ ਤਵੇ ਬਖਾਨਾ, ਤੁਮ ਜਾਣਤ ਹੋ ਰਾਗ ਮਹਾਨਾ। ਕਵੀ ਜੀ ਲਿਖਦੇ ਨੇ ਜਦੋਂ ਤਿੰਨਾਂ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਕਹਿੰਦੇ ਨੇ ਤੁਸੀਂ ਤਿੰਨੇ ਦੇ ਤਿੰਨੇ ਰਾਗ ਨੂੰ ਜਾਣਦੇ ਹੋ, ਰਾਗ ਵਿਦਿਆ ਤੁਹਾਨੂੰ ਆਉਂਦੀ। ਕਹਿੰਦੇ ਨੇ ਗੁਰਬਾਣੀ ਰਾਗਨ ਮੈਂ ਗਾਓ, ਨੀਕੇ ਪ੍ਰਭੂ ਕੋ ਜਸ ਬਸਾਓ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰਬਾਣੀ ਨੂੰ ਰਾਗਾਂ ਦੇ ਵਿੱਚ ਗਾਓ, ਕੀਰਤਨ ਕਰੋ, ਚੰਗਾ ਪ੍ਰਭੂ ਦਾ ਜਿਹੜਾ ਚੰਗਾ ਜਸ ਹੈ ਨਾ ਉਸ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਓ। ਜਿਉਂ ਜਿਉਂ ਆਨੰਦ ਰਾਗ ਤੇ ਪਾਓ, ਤਿਉਂ ਤਿਉਂ ਪ੍ਰੇਮ ਯਦ ਕੀ ਉਪਜਾਓ। ਕਹਿੰਦੇ ਨੇ ਜਿਵੇਂ ਜਿਵੇਂ ਰਾਗ ਦੇ ਨਾਲ ਗੁਰਬਾਣੀ ਦੇ ਆਨੰਦ ਨੂੰ ਪ੍ਰਾਪਤ ਕਰੋਗੇ, ਤਿਵੇਂ ਤਿਵੇਂ ਬਹੁਤਾ ਜ਼ਿਆਦਾ ਪ੍ਰੇਮ ਤੁਹਾਡੇ ਵਿੱਚ ਪੈਦਾ ਹੋਵੇਗਾ। ਕਲ ਯੁਗ ਮੈਂ ਕੀਰਤਨ ਮਾਨੰਦ, ਨਹੀਂ ਅਪਰ ਕੋਈ ਹੀ ਬਿਲੰਦ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਲਯੁਗ ਦੇ ਵਿੱਚ ਕੀਰਤਨ ਦੇ ਵਰਗਾ ਹੋਰ ਕੋਈ ਵੀ ਵੱਡਾ ਉਪਾਅ ਨਹੀਂ ਹੈ। ਕੀਰਤਨ ਬਹੁਤ ਵੱਡੀ ਇੱਕ ਦਾਤ ਹੈ। ਕਠਨ ਮਹਾ ਤਪ ਜੇ ਕੋ ਕਰੈ, ਕੀਰਤਨ ਸਮਤਾ ਕਿਉਂ ਹੁਨਾ ਧਰੈ। ਸਤਿਗੁਰੂ ਜੀ ਕਹਿੰਦੇ ਨੇ ਔਖੇ ਔਖੇ ਵੱਡੇ ਵੱਡੇ ਜਪ ਕੋਈ ਕਿੰਨੇ ਵੀ ਕਰ ਲਵੇ, ਪਰ ਤਾਂ ਵੀ ਐਸੇ ਕੀਤੇ ਹੋਏ ਜਪ ਕੀਰਤਨ ਦੀ ਬਰਾਬਰੀ ਨਹੀਂ ਕਰ ਸਕਦੇ। ਅਪਰ ਸੋ ਕਰਮ ਕਰਨ ਜੇ ਸਾਰੇ, ਹੋਏ ਜੇ ਤਨ ਤਨ ਬਲ ਧਰ ਪਾਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੋਰ ਜਿੰਨੇ ਵੀ ਕਰਮ ਨੇ ਕਰਨ ਵਾਲੇ ਸ੍ਰੇਸ਼ਟ, ਉਹ ਭਾਵੇਂ ਧਨ ਦੇ ਨਾਲ, ਭਾਵੇਂ ਤਨ ਦੇ ਨਾਲ ਤੇ ਭਾਵੇਂ ਤਾਕਤ ਦੇ ਨਾਲ ਕਿੰਨੇ ਵੀ ਕਰ ਲੈ ਜਾਣ, ਪਰ ਕੀਰਤਨ ਕੇ ਸਮਾਨ ਨਹੀਂ ਕੋਈ, ਸਭ ਤੇ ਅਧਿਕ ਇਹੀ ਇੱਕ ਹੋਈ। ਕੀਰਤਨ ਦੇ ਸਮਾਨ ਹੋਰ ਕੋਈ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਸਾਰਿਆਂ ਤੋਂ ਵੱਡਾ ਇਹੋ ਹੀ ਇੱਕ ਯਤਨ ਹੈ। ਜਾਂ ਤੇ ਤੁਮ ਕੀਰਤਨ ਨਿਤ ਕਰੋ, ਅਪਰ ਸੁਨਾਏ ਤਾਰ ਗਨ ਤਰੋ।
इस करके सतगुरु जी कहते हैं कि तुहानू ते राग विद्या आउंदी है, इस करके तुसी गुरबाणी दा कीर्तन कर सकदे हो, कीर्तन करो। कहते ने कि अपर सुनाए तार गन तरो, नाले ते आप तरो ते नाले सारियां नू कीर्तन सुना के तारो। सुन तीनों गुर बूझे फेरी, महिमा कीर्तन कही बडेरी। जदों सतगुरां ने इस तरह का वचन किया ते फिर तिन्हां ने हथ जोड़ के सवाल किया, कहते ने सच्चे पातशाह महिमा कीर्तन कही बडेरी, कि कीर्तन की महिमा नूं तुसीं बहुत वड्डा बयान किया है। कहते ने पाठ करन अर कथा करन फल बरनो इनके भिन्न भिन्न। सतगुरु जी कहते ने कि गुरु दे दरबार दे विच गुरबाणी दा कीर्तन भी हुंदा है, इस तो इलावा गुरबाणी दा पाठ भी हुंदा है। इस तो इलावा कहते ने कि सच्चे पातशाह कथा भी हुंदी है। कहते ने कथा करनी जां गुरबाणी दा पाठ करना या कीर्तन करना, सच्चे पातशाह ये भी ते सारे चंगे कर्म ने, पर तुसीं सारियां तो ज्यादा कीर्तन की महिमा कीती है। सच्चे पातशाह गुरबाणी दे पाठ करन दा की लाभ है और इस तो इलावा कथा दा की लाभ है, इन्हां दा भी तुसीं विस्तार दे नाल वर्णन करो। सिरी मुख ते पुन लगे सुनावन, बाणी पाठ करे जे पावन। फिर सतगुरु अर्जन देव सच्चे पातशाह जी अपने मुखारबिंद तो सुनाउण लगे ने गुरबाणी दे महात्म नूं। कहंदे ने बाणी पाठ करे जे पावन, जेड़ा भी मनुख पवित्र गुरबाणी दा पाठ करदा है। कहंदे ने जथा कूप की खेती होए, सींचत नीर हरी कर सोए। एक दृष्टांत दे नाल, एक प्रमाण दे नाल सतगुरु जी कहंदे ने कि जिस तरह कहंदे ने कि खूह दे विचों पानी कढ के खेती नूं पालिया जावे, ਸਿੰਜਿਆ जावे, ਉਹਨੂੰ खेती नूं पानी खूह दा दिता जावे तां कि ਉਹ हरी होवे। कहंदे ने शीघ्र पकाए सदन मैं अन्न, सब विद के सुख भोगन ठन। मानो कि गुरबाणी दा पढ़ना इस तरह दा है जिवें खूह दे पानी दे नाल खेती नूं पकाउणा होवे, शीघ्रता दे नाल पकाया जांदा है, घर दे विच लिआंदा जांदा है ते सारे तरह दे सुख मिलदे ने। खेत समीप अपरजे होए, तह पी पहुंच सकल जल सोए। खूह दे लागे लागे जिन्ने भी खेत होण सारियां नूं खूह दा पानी सिंजदा है, सारियां नूं मिलदा है ते कहंदे ने कि ਉਹ भी इसे तरीके दे नाल खेती हरी हुंदी है। कहंदे ने पर दूर खेत ते पहुंचत ना है, तिम फल सुना श्रवण के मां है। सतगुरु अर्जन देव सच्चे पातशाह जी कहंदे ने पर खूह दे पानी तो दूर जिहड़ी खेती होवे उथों तक खूह दा पानी नहीं पहुंचदा, इस तरह दा फल तुसीं ओहदा सुनो। कीर्तन करन मेघ की बरखा, बरखे जल होए जीवन हरखा। कहंदे ने गुरबाणी दा पाठ करना एक खूह दे पानी दे नाल सिंचना है अपने खेतां नूं, अपनी जमीन नूं, पर दूसरे पासे कहंदे ने कि कीर्तन करना, गुरबाणी दा कीर्तन करना इस तरह है जिवें मेघ दी बरखा होवे, जिवें मींह वरदा है। बरखे जल होए जीवन हरखा, मींह बहुती जगह दे उत्ते बहुता सारा पानी दे के खेती नूं हरा करदा है। खेती जह कह हरियल होवे, सावत दाणो तिन में जोवे। मींह दे पानी दे नाल बहुती सारी खेती नूं सिंजिया जा सकदा है ते खेती हरी हो सकदी है जिहदे विच कि सावत दाना देखिया जांदा है। सुनो विशाल कथा को फल है, झारी लाग जिम बरखत जल है। हुण अगे सतगुरु अर्जन देव सच्चे पातशाह जी कथा दे फल नूं दसदे ने। कहंदे ने सुनो किस तरह दा वड्डा फल है कथा दा। कहंदे ने झरी लाग जिम बरखत जल है। कहंदे ने कि कथा इस तरह दी है जिवें कि मानो मींह दा पानी वर रिहा होवे, मानो कि झड़ी लगी होवे। थिमक थिमक बूंदां जे परही, सब अपने में धरनी धरही। हौली हौली जदों धीमियां बूंदां धरती दे उत्ते डिगदियां ने, जमीन दे उत्ते वरदियां ने, ते कहंदे ने कि जिन्नियां भी बूंदां डिगदियां ने ਉਹ हौली हौली थिमक थिमक के धरती दे विच जीरियां जांदियां ने। इसे तरीके दे नाल
ਧਰਤੀ ਦੇ ਵਿੱਚ ਸਮਾ ਜਾਂਦੀਆਂ ਨੇ। ਕਹਿੰਦੇ ਨੇ ਬਾਦ ਨਾ ਜਾਤ ਪਰੇ ਜਲ ਜੋਏ, ਖੇਤੀ ਕੋ ਸੁਖਦਾਇਕ ਸੋਏ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੀ ਝੜੀ ਲੱਗੀ ਹੁੰਦੀ ਹੈ, ਜਿਹਦੇ ਵਿੱਚੋਂ ਥੋੜੀਆਂ ਛੋਟੀਆਂ ਬੂੰਦਾਂ ਡਿੱਗਦੀਆਂ ਨੇ, ਜਿਹੜੀਆਂ ਕਿ ਸਾਰੀਆਂ ਹੀ ਧਰਤੀ ਦੇ ਵਿੱਚ ਜੀਰੀਆਂ ਜਾਂਦੀਆਂ ਨੇ, ਉਹ ਜਿਹੜਾ ਪਾਣੀ ਹੈ ਨਾ ਉਹ ਬੇਕਾਰ ਦੇ ਵਿੱਚ ਰੁੜਦਾ ਨਹੀਂ ਹੈ, ਰੋੜ ਬਣ ਕੇ ਨਹੀਂ ਚੱਲਦਾ। ਖੇਤੀ ਕੋ ਸੁਖਦਾਇਕ ਸੋਏ, ਐਸੀ ਜਿਹੜੀ ਵਰਖਾ ਹੈ ਝੜੀ ਦੀ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਖੇਤੀ ਨੂੰ ਬਹੁਤ ਜ਼ਿਆਦਾ ਸੁਖ ਪਹੁੰਚਾਉਂਦੀ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਆਉਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹੀ ਪ੍ਰਮਾਣ ਦਿੰਦੇ ਨੇ ਕਿ ਕੀਰਤਨ ਕਰਨਾ ਇਸ ਤਰ੍ਹਾਂ ਦਾ ਹੈ ਜਿਵੇਂ ਬਹੁਤ ਤੇਜ਼ ਮੀਂਹ ਵਰਨਾ, ਜਿਹੜਾ ਕਿ ਰੇਹੜੀ ਚਲਾ ਦੇਵੇ। ਪਰ ਕਹਿੰਦੇ ਨੇ ਕਿ ਜਿਹੜਾ ਹੌਲੀ ਹੌਲੀ ਮੱਠੀ ਮੱਠੀ ਜਿਹੜੀ ਬੂੰਦ ਪੈਂਦੀ ਹੈ ਨਾ ਧਰਤੀ ਦੇ ਉੱਤੇ, ਉਹ ਨਾਲੋਂ ਨਾਲ ਥੱਲੇ ਦੀ ਥੱਲੇ ਜ਼ੀਰਦੀ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਐਸੀ ਜਿਹੜੀ ਵਰਖਾ ਹੈ ਨਾ ਉਹ ਖੇਤੀ ਦੇ ਵਾਸਤੇ ਬੜੀ ਲਾਭਦਾਇਕ ਹੁੰਦੀ ਹੈ। ਇਸ ਜਗ੍ਹਾ ਦੇ ਉੱਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕਥਾ ਦਾ ਬਹੁਤ ਵੱਡਾ ਮਹਾਤਮ ਦੱਸਿਆ ਕਿ ਕੀਰਤਨ ਕਰਨਾ ਇਸ ਤਰ੍ਹਾਂ ਹੈ ਜਿਵੇਂ ਤੇਜ਼ ਮੀਂਹ ਦਾ ਪੈਣਾ ਹੈ, ਤੇ ਗੁਰਬਾਣੀ ਦਾ ਪੜ੍ਹਨਾ ਇਸ ਤਰ੍ਹਾਂ ਹੈ ਜਿਵੇਂ ਪਾਣੀ ਦੇ ਨਾਲ ਜ਼ਮੀਨ ਨੂੰ ਸਿੰਜਣਾ ਹੈ, ਤੇ ਕਥਾ ਦਾ ਕਰਨਾ ਜਾਂ ਸੁਣਨਾ ਇਸ ਤਰ੍ਹਾਂ ਦਾ ਹੈ ਜਿਵੇਂ ਮੰਨੋ ਕਿ ਮੱਠੀ ਮੱਠੀ ਝੜੀ ਲੱਗੀ ਹੋਵੇ। ਤੈਸੇ ਸਮਝਾਵਣ ਸਿੱਖ ਜੇਈ, ਕਥਾ ਕੀਰਤਨ ਕਰਦੇ ਸਈ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਜਿਹੜੇ ਕਥਾ ਕਰਦੇ ਨੇ ਜਾਂ ਜਿਹੜੇ ਕੀਰਤਨ ਕਰਦੇ ਨੇ, ਇਹਨਾਂ ਦੋਵਾਂ ਤਰੀਕਿਆਂ ਦੇ ਨਾਲ ਮੰਨੋ ਕਿ ਸਮਝਾਉਣ ਦਾ ਯਤਨ ਕੀਤਾ ਜਾਂਦਾ ਹੈ ਕਿ ਗੁਰਬਾਣੀ ਦਾ ਔਰ ਸਤਿਗੁਰੂ ਦਾ ਕੀ ਆਸ਼ਾ ਹੈ, ਕੀ ਇਰਾਦਾ ਹੈ। ਸੁਣੈ ਮਮੋਸ਼ੀ ਹਿਰਦੈ ਤਾਰ, ਗੁਣ ਨ ਵਧਾਏ ਬੇਕਾਰ ਨਿਕਾਰ। ਜਿਹੜਾ ਵੀ ਮੰਨੋ ਕਿ ਮੋਖ ਦੀ ਇੱਛਾ ਵਾਲਾ ਕੀਰਤਨ ਨੂੰ ਸੁਣਦਾ ਹੈ ਜਾਂ ਮੰਨੋ ਕਿ ਕਥਾ ਨੂੰ ਸੁਣਦਾ ਹੈ, ਤੇ ਫਿਰ ਕੀਰਤਨ ਨੂੰ ਸੁਣ ਕੇ ਗੁਰਬਾਣੀ ਨੂੰ ਹਿਰਦੇ ਦੇ ਵਿੱਚ ਧਾਰਨ ਕਰਦਾ ਹੈ ਜਾਂ ਫਿਰ ਕਥਾ ਨੂੰ ਸੁਣ ਕੇ ਗੁਰੂ ਦੇ ਬਚਨਾਂ ਦਾ ਧਾਰਨੀ ਬਣਦਾ ਹੈ, ਉਹਦੇ ਗੁਣ ਵੱਧ ਜਾਂਦੇ ਨੇ ਤੇ ਬੇਕਾਰ ਦੂਰ ਹੋ ਜਾਂਦੇ ਨੇ। ਹਿਰਦੈ ਵਿਚਾਰੈ ਨਿਰਣੋ ਕਰੈ, ਆਤਮ ਗਿਆਨ ਭਲੇ ਉਰ ਧਰੈ। ਫਿਰ ਹਿਰਦੇ ਦੇ ਵਿੱਚ ਵਿਚਾਰ ਕਰਕੇ ਨਿਰਣਾ ਕਰਦਾ ਹੈ, ਅਸਲੀ ਤੱਤ ਦੇ ਉੱਤੇ ਪਹੁੰਚਦਾ ਹੈ, ਆਤਮਾ ਦਾ ਗਿਆਨ ਫਿਰ ਭਲੇ ਤਰੀਕੇ ਦੇ ਨਾਲ ਧਾਰਨ ਕਰਦਾ ਹੈ। ਕਥਾ ਕੀਰਤਨ ਦੋਨੋਂ ਮਿਲੇ, ਸ਼ੋਭਾ ਪਾਵਤ ਅਤ ਹੀ ਭਲੇ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਜੇਕਰ ਕੀਰਤਨ ਤੇ ਕਥਾ ਦੋਵੇਂ ਦੇ ਦੋਵੇਂ ਮਿਲ ਜਾਣ ਤੇ ਫਿਰ ਇਹਨਾਂ ਦੀ ਜਿਹੜੀ ਸੋਭਾ ਹੈ ਨਾ ਬਹੁਤ ਵੱਡੀ ਬਣ ਜਾਂਦੀ। ਕਥਾ ਵਧਾਵੈ ਮਹਾ ਮਹਾਤਮ, ਕੀਰਤਨ ਸੁਣਤੇ ਸ਼ੁੱਧ ਹੋਏ ਆਤਮ। ਕਹਿੰਦੇ ਨੇ ਕਿ ਕਥਾ ਵਧਾਉਂਦੀ ਹੈ ਬਹੁਤ ਵੱਡੇ ਮਹਾਤਮ ਨੂੰ, ਬਹੁਤ ਵੱਡੇ ਫਲ ਨੂੰ, ਤੇ ਜਿਹੜਾ ਕੀਰਤਨ ਹੈ ਨਾ ਉਹਨੂੰ ਸੁਣਨ ਦੇ ਨਾਲ ਮਾਨੋ ਕਿ ਆਤਮਾ ਸ਼ੁੱਧ ਹੁੰਦੀ। ਜਬੈ ਕੀਰਤਨ ਕਰੈ ਭਲੇਰਾ, ਹਰਖ ਬਦਾਵਤ ਬਹੁ ਮਨ ਕੇਰਾ। ਗੁਰੂ ਜੀ ਕਹਿੰਦੇ ਨੇ ਕਿ ਜਦੋਂ ਭਲਾ ਕੀਰਤਨ ਹੁੰਦਾ ਹੋਵੇ ਉਸ ਨੂੰ ਸੁਣ ਕੇ ਮਾਨੋ ਕਿ ਮਨ ਦੇ ਵਿੱਚ ਹਰਖ ਵੱਧਦਾ ਹੈ, ਖੁਸ਼ੀ ਵੱਧਦੀ। ਜਥਾ ਮਾਤ ਪੁੱਤਰਨ ਤੇ ਛਾਜੈ, ਤਥਾ ਕਥਾ ਕੀਰਤਨ ਤੇ ਰਾਜੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਮਾਣ ਦਿੱਤਾ ਕਿ ਜਿਸ ਤਰ੍ਹਾਂ ਪੁੱਤਰ ਦੇ ਨਾਲ ਮਾਂ ਫੱਬਦੀ ਹੈ, ਇਸੇ ਤਰੀਕੇ ਦੇ ਨਾਲ ਮਾਨੋ ਕਿ ਕਥਾ ਵੀ ਕੀਰਤਨ ਦੇ ਨਾਲ ਫੱਬਦੀ ਹੈ। ਕਹਿਣ ਤੋਂ ਭਾਵ ਹੈ ਕਿ ਕਥਾ ਮਾਂ ਹੈ ਤੇ ਕੀਰਤਨ ਉਸ ਮਾਂ ਦਾ ਪੁੱਤਰ ਹੈ। ਜਿਮ ਪੁੱਤਰਨ ਕੋ ਪਾਲੈ ਮਾਤਾ, ਤਥਾ ਕਥਾ ਕੀਰਤਨ ਹਰ ਖਾਤਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਵੇਂ ਪੁੱਤਰਾਂ ਦੀ ਪਾਲਣਾ ਕਰਦੀ ਹੈ ਮਾਤਾ, ਇਸੇ ਤਰੀਕੇ ਦੇ ਨਾਲ ਕਥਾ ਮਾਂ ਹੈ, ਕੀਰਤਨ ਪੁੱਤਰ ਹੈ, ਔਰ ਉਸੇ ਤਰੀਕੇ ਦੇ ਨਾਲ ਆਪਣੇ ਪੁੱਤਰ ਨੂੰ ਖੁਸ਼ੀ ਰੱਖਦੀ ਹੈ ਕਥਾ ਮਾਂ, ਕੀਰਤਨ ਪੁੱਤਰ ਨੂੰ। ਸੁਣ ਬੋਲੇ ਸਿੱਖ ਹਮੇ ਬਤਾਵੋ, ਸੁਤ ਜਨਨੀ ਦ੍ਰਿਸ਼ਟਾਂਤ ਸੁਣਾਵੋ। ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਬਚਨ ਕੀਤਾ, ਹੱਥ ਜੋੜ ਕੇ ਸਿੱਖਾਂ ਨੇ ਸਵਾਲ ਕੀਤਾ ਕਿ ਸੱਚੇ ਪਾਤਸ਼ਾਹ ਜਰਾ ਵਿਚਾਰ ਦੇ ਨਾਲ ਹੋਰ ਵਿਸਥਾਰ ਕਰਕੇ ਦੱਸੋ। ਕਹਿੰਦੇ ਨੇ ਕੀਰਤਨ ਪਿਤਾ ਕਥਾ ਪਤੀ ਕੌਣ, ਸੋ ਪੀ ਬਰਨੋ ਹੋਇਓ ਜਾਣ। ਸਤਿਗੁਰਾਂ ਦੇ ਬਚਨ ਨੂੰ ਸੁਣ ਕੇ ਸਿੱਖਾਂ ਨੇ ਸਵਾਲ ਕੀਤਾ ਕਿ ਸੱਚੇ ਪਾਤਸ਼ਾਹ ਤੁਸੀਂ ਕਹਿੰਦੇ ਹੋ ਕਿ ਕਥਾ ਮਾਂ ਹੈ
ਤੇ ਕੀਰਤਨ ਉਸ ਮਾਂ ਦਾ ਪੁੱਤਰ ਹੈ। ਕਹਿੰਦੇ ਨੇ ਕਿ ਜੇਕਰ ਮਾਂ ਕਥਾ ਹੈ, ਕੀਰਤਨ ਇਹਦਾ ਪੁੱਤਰ ਹੈ, ਤੇ ਕਹਿੰਦੇ ਨੇ ਕਿ ਕੀਰਤਨ ਦਾ ਕੋਈ ਪਿਤਾ ਵੀ ਹੋਵੇਗਾ, ਕਥਾ ਦਾ ਕੋਈ ਪਤੀ ਵੀ ਹੋਵੇਗਾ, ਉਹ ਕੌਣ ਹੈ? ਕਹਿਓ ਗੁਰੂ ਸੋ ਪ੍ਰੇਮ ਪਛਾਨੋ, ਕਥਾ ਕੀਰਤਨ ਪ੍ਰੇਮ ਜੇ ਠਾਨੋ। ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਫਿਰ ਇਸ ਗੱਲ ਦਾ ਖੁਲਾਸਾ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪ੍ਰੇਮ ਪਛਾਨੋ। ਜਿਹੜਾ ਪ੍ਰੇਮ ਹੈ ਉਹ ਕਥਾ ਦਾ ਪਤੀ ਹੈ, ਜਿਹੜਾ ਕਿ ਕੀਰਤਨ ਦਾ ਪਿਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਥਾ ਤੇ ਕੀਰਤਨ ਦੇ ਵਿੱਚ ਜੇ ਪ੍ਰੇਮ ਹੈ ਤਾਂ ਮੰਨੋ ਕਿ ਸੰਪੂਰਨ ਉਹ ਪਰਿਵਾਰ ਹੈ। ਪ੍ਰੇਮ ਹੋਏ ਸ਼ੋਭਤ ਹੈ ਦੋਏ, ਜਿਸ ਤੇ ਮਹਾ ਮਹਾਤਮ ਹੋਏ। ਕਹਿੰਦੇ ਨੇ ਕਿ ਜੇ ਦੋਵਾਂ ਦੇ ਵਿੱਚ ਪ੍ਰੇਮ ਸ਼ਾਮਲ ਹੈ ਤਾਂ ਦੋਵੇਂ ਦੇ ਦੋਵੇਂ ਸੋਭਾ ਪਾਉਂਦੇ ਨੇ, ਕਿਉਂਕਿ ਜੇਕਰ ਔਰਤ ਦਾ ਪਤੀ ਸਿਰ ਤੇ ਹੈ ਤੇ ਵੱਡੀ ਸੋਭਾ ਹੈ, ਜੇਕਰ ਪਿਤਾ ਸਿਰ ਤੇ ਹੈ ਤੇ ਸੰਪੂਰਨ ਪਰਿਵਾਰ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਕਰਕੇ ਪ੍ਰੇਮ ਜੇਕਰ ਹੋਵੇ ਤੇ ਦੋਵੇਂ ਚੀਜ਼ਾਂ ਸ਼ੋਭਦੀਆਂ ਨੇ। ਕੀਰਤਨ ਵੀ ਸੋਭਾ ਪਾਉਂਦਾ ਹੈ ਤੇ ਕਥਾ ਵੀ ਸੋਭਾ ਪਾਉਂਦੀ ਹੈ। ਜਿਸ ਤੇ ਮਹਾ ਮਹਾਤਮ ਹੋਏ, ਫਿਰ ਮੰਨੋ ਕਿ ਦੋਵਾਂ ਚੀਜ਼ਾਂ ਦਾ ਵੱਡਾ ਮਹਾਤਮ ਵੱਧ ਜਾਂਦਾ ਹੈ। ਸੁਣ ਸਤਿਗੁਰ ਕੋ ਦਇ ਉਪਦੇਸ਼, ਕੀਰਤਨ ਲਾਗੇ ਕਰਨ ਹਮੇਸ਼। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਝਾਂਜ ਨੇ, ਮੁਕੰਦੇ ਨੇ ਤੇ ਕਿਦਾਰੇ ਨੇ, ਤਿੰਨਾਂ ਨੇ ਸਤਿਗੁਰਾਂ ਦੇ ਉਪਦੇਸ਼ਾਂ ਨੂੰ ਸੁਣਿਆ ਤੇ ਫਿਰ ਜਿਸ ਤਰ੍ਹਾਂ ਸਤਿਗੁਰਾਂ ਨੇ ਆਖਿਆ ਸੀ ਉਸ ਤਰੀਕੇ ਦੇ ਨਾਲ ਕੀਰਤਨ ਹਮੇਸ਼ਾ ਕਰਨ ਲੱਗੇ। ਮਹਾ ਪ੍ਰੇਮ ਤੇ ਸ਼ਬਦ ਸੋ ਗਾਵੇ, ਨਹੀਂ ਕਾਮਨਾ ਕੋਏ ਉਠਾਵੇਂ। ਬੜੇ ਪ੍ਰੇਮ ਦੇ ਨਾਲ ਗੁਰਬਾਣੀ ਦੇ ਸ਼ਬਦਾਂ ਦਾ ਉਹ ਕੀਰਤਨ ਕਰਦੇ ਨੇ, ਪਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਮਨਾ ਹਿਰਦੇ ਦੇ ਵਿੱਚ ਕਦੇ ਨਹੀਂ ਉਠਾਉਂਦੇ। ਪ੍ਰਾ ਲਵਦ ਕਰ ਜੋ ਕਿਛ ਪਾਏ, ਕਿਰਿਆ ਦੇਹ ਕੀ ਸੋ ਨਿਭਾਏ। ਪ੍ਰਾ ਲਵਦ ਦੇ ਨਾਲ ਜੋ ਮਿਲ ਜਾਂਦਾ ਹੈ ਉਸ ਦੇ ਨਾਲ ਹੀ ਗੁਜ਼ਾਰਾ ਕਰਦੇ ਨੇ। ਕਿਰਿਆ ਦੇਹ ਕੀ ਸੋ ਨਿਭਾਏ, ਆਪਣੇ ਦੇਹ ਦੀ ਜਿਹੜੀ ਕਿਰਿਆ ਹੈ ਨਾ, ਇਸੇ ਤਰੀਕੇ ਦੇ ਨਾਲ ਉਹ ਨਿਭਾਉਂਦੇ ਨੇ। ਕਰੈ ਪਾਓ ਸਿੱਖ ਸੰਗਤ ਦੇਤ, ਕਰ ਗੁਜ਼ਰਾਰਨ ਆਪਣੀ ਲੇਤ। ਸਿੱਖ ਸੰਗਤ ਪਿਆਰ ਕਰਦੀ ਹੈ, ਪਿਆਰ ਦੇ ਨਾਲ ਜੋ ਵੀ ਕੁਝ ਦੇ ਦਿੰਦੇ ਨੇ ਉਸੇ ਦੇ ਨਾਲ ਆਪਣਾ ਗੁਜ਼ਾਰਾ ਕਰਦੇ ਨੇ। ਕੀਰਤਨ ਕਰਤ ਰਹੇ ਨਿਸ਼ਕਾਮ, ਗੁਰ ਸੇਵਾ ਲਹਿ ਪਦ ਅਭੀਰਾਮ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਹਮੇਸ਼ਾ ਕੀਰਤਨ ਕਰਦੇ ਰਹੇ, ਪਰ ਕੋਈ ਵੀ ਕਾਮਨਾ ਨੂੰ ਕਦੇ ਨਹੀਂ ਉਠਾਇਆ। ਨਿਸ਼ਕਾਮ ਰੂਪ ਦੇ ਵਿੱਚ ਕੀਰਤਨ ਕਰਦੇ ਰਹੇ। ਗੁਰ ਸੇਵਾ ਲਹੇ ਪਦ ਅਭਿਰਾਮ, ਗੁਰੂ ਦੇ ਚਰਨਾਂ ਦੀ ਸੇਵਾ ਇਸ ਤਰੀਕੇ ਦੇ ਨਾਲ ਕੀਤੀ ਤੇ ਵੱਡੀ ਉੱਚੀ ਪਦਵੀ ਦੀ ਪ੍ਰਾਪਤੀ ਹੋਈ, ਵੱਡਾ ਮਰਤਬਾ ਰੁਤਬਾ ਉਹਨਾਂ ਨੂੰ ਮਿਲਿਆ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਗੰਗੂ ਨਾਉ ਸਹਿਗਲਾ, ਰਾਮਾ ਧਰਮਾ ਔਰ, ਪੰਚਮ ਯੁੱਧਾ ਜਾਨੀਏ, ਮਿਲ ਕੇ ਹੋਏ ਇੱਕ ਠੌਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਗੰਗੂ, ਨਾਉ, ਸਹਿਗਲਾ, ਰਾਮਾ, ਧਰਮਾ ਤੇ ਉਦਾ, ਇਹ ਪੰਜੇ ਇੱਕ ਜਗ੍ਹਾ ਦੇ ਉੱਤੇ ਮਿਲੇ। ਸ੍ਰੀ ਅਰਜਨ ਕੀ ਪਕੜੀ ਸ਼ਰਨੀ, ਬੰਧਨ ਕਰਕੇ ਬਿਨਤੀ ਬਰਨੀ। ਇਹਨਾਂ ਪੰਜਾਂ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਨੂੰ ਫੜਿਆ ਤੇ ਹੱਥ ਜੋੜ ਕੇ ਬੇਨਤੀ ਕੀਤੀ। ਹੋਏ ਕਰ ਸਿੱਖ ਰਹੇ ਗੁਰ ਪਾਸ, ਇੱਕ ਦਿਨ ਕਰਤ ਪਏ ਅਰਦਾਸ। ਇਹ ਪੰਜੇ ਸਤਿਗੁਰਾਂ ਦੇ ਸਿੱਖ ਬਣੇ ਤੇ ਸਤਿਗੁਰਾਂ ਦੇ ਹਜ਼ੂਰ ਕਾਫੀ ਸਮਾਂ ਰਹਿੰਦੇ ਰਹੇ। ਇੱਕ ਦਿਨ ਇਹਨਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਕਹਿੰਦੇ ਨੇ ਵੇਦ ਕਤੇਬ ਮੁਨੀ ਅਵਤਾਰ, ਪੰਡਤ ਗਿਆਨੀ ਭਏ ਹਜ਼ਾਰ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ਼ ਕੀਤੀ ਹੈ ਸੱਚੇ ਪਾਤਸ਼ਾਹ, ਵੇਦ ਕਤੇਬ ਵੱਡੇ ਵੱਡੇ ਮੁਨੀ, ਵੱਡੇ ਵੱਡੇ ਅਵਤਾਰ, ਪੰਡਤ ਗਿਆਨੀ ਹਜ਼ਾਰਾਂ ਹੀ ਹੋ ਚੁੱਕੇ ਨੇ। ਸਭੇ ਨ ਭਾਖਿਓ ਬ੍ਰਹਮ ਅਨੰਤ, ਖੋਜ ਰਹੇ ਨਹੀਂ ਪਾਇਓ ਅੰਤ। ਕਹਿੰਦੇ ਨੇ ਵੇਦਾਂ ਕਤੇਬਾਂ ਦੇ ਵਿੱਚ ਲਿਖਿਆ ਹੋਇਆ ਹੈ, ਔਰ ਇਸ ਤੋਂ ਇਲਾਵਾ
मुनिया ने, अवतारा ने, पंडितां ने, ज्ञानिया ने, सारिया ने यही गल आखी है कि ब्रह्म अनंत, अकाल पुरख बेअंत है, खोज रहे नहीं पाया तंत। इस तो इलावा यह भी सुनिया है कि बड़िया ने खोजन का लभण का यतन किया, पर कोई भी पारावार पा नहीं सकिया, किसी नूं अंत नहीं लभा। ब्रह्म जो कह सच्चिदानंद, श्री नानक स्वरूप मकंद। कहंदे ने कि ब्रह्म जिन्हों के सच दा आनंद आख्या जाता है, सतगुरु नानक देव सच्चे पातशाह जी मानो के रूप सन मुकंद उस दे। ब्रह्म अवतार करे बख्यात, जाने परे सबन साख्यात। कहन तो पावे है कि प्रगट रूप दे विच मन्निया जाता है कि सतगुरु नानक देव सच्चे पातशाह जी अवतार सन, ये प्रगट रूप दे विच जानिया गया। सो तो अंत जानते होए, अपनो अंत लखे सब कोए। कहन तो भावे है कि सतगुरु नानक देव सच्चे पातशाह जी तां इस ब्रह्म दा अंत जानदे ही होणगे, क्योंकि अपनो अंत लखा सब कोए। जेकर ओही परमेश्वर दा रूप सन ते उन्हां नूं अपने अंत दे बारे ते जानकारी जरूर होवेगी। ये सवाल कीता उन्हां ने। श्री अर्जन सुन संशय ऐसे, उत्तर दियो तिनों को तैसे। सतगुरु अर्जन देव सच्चे पातशाह जी ने उन्हां दे संशय नूं सुनिया ते फिर सतगुरु सच्चे पातशाह जी ने उत्तर देना शुरू किया। कहंदे ने आदि अंत ब्रह्म की जे होए, श्री नानक जी उचरत सोए। इस तरह का जदों उन्हां ने सवाल किया ते सतगुरु अर्जन देव सच्चे पातशाह जी कहंदे ने आद अंत ब्रह्म की जे होए, जो अकाल पुरख है, जो ब्रह्म है, जो निरंकार है, जिन्हों रब कह लो, रहीम कह लो, खुदा कह लो, अल्लाह कह लो, कुछ भी उसनूं कह लो, जिहड़ा कहंदे ने कि वह ब्रह्म है, आद अंत जे होए, जे उसका कोई आद होवे भाव के शुरुआत होवे, जे कोई उसका अंत होवे, कहंदे ने तां श्री नानक जी उचरत सोए। सतगुरु नानक देव सच्चे पातशाह जी तां उचारदे जे ਉਹਦਾ कोई आद हुंदा ਜਾਂ ਉਹਦਾ कोई अंत हुंदा। इस करके सतगुरु अर्जन देव सच्चे पातशाह जी ਉਹਨਾਂ ਨੂੰ ਸਮਝਾਉਣ ਦਾ ਯਤਨ ਕਰਦੇ ਨੇ कि परमेश्वर ਦਾ अकाल पुरख ਦਾ कोई आद नहीं है, कोई अंत नहीं है, ना कदे ਉਹਦੀ शुरुआत है ਤੇ ना ही कदे उसका खात्मा है। सतगुरु सच्चे पातशाह जी इस तरह समझाਉਣ ਦਾ ਯਤਨ ਕਰਦੇ ਨੇ, पर समय की समाप्ति है, इस गल ਨੂੰ पूरा ਕੀਤਾ नहीं जा सकता। जिस तरह ग्रंथाकार भाई संतोख सिंह जी कल के समय दे विच इस दा खुलासा करनगे, मैं उस तरह साध संगत के सन्मुख अर्ज करांगा। अगे जो सतगुरु सच्चे पातशाह जी की रजा होगी उस तरह वरतेगी। जिन्नियां ही अर्जा करदा होया मैं इत्थे ही कथा नूं विश्राम दे के सारी साध संगत तो खिमा दा याचका। हे अच्युत हे पार ब्रह्म अविनाशी अगनास, हे पूरन हे सर्ब में दुख पंजन गुणतास, हे संगी हे निरंकार हे निर्गुण सब टेक, हे गोविंद हे गुण निधान जाके सदा विवेक, हे अपरंपर हर हरे है पी हो वनहार, हे संतह कै सदा संग ने धारा आधार, हे ठाकुर हो दासरो मैं निर्गुण गुण नहीं कोय, नानक दीजै नाम दान राखो ही है परोय, याही कुल ते प्रगट होय ताही कुल को नाम, पुन द्वादश गुरिंड को मेरी है प्रणाम।